सत श्री अकाल। मैं सुरिंदर सिंह। तुसी देख रहे हो न्यूज़ ओनली सियासत दे रंग। जी हाँ, अज सियासत फिर करवट लेंदी देखी गई। इधर बिक्रमजीत सिंह मजीठिया जो कि हुणे बड़े तिखे अंदाज दे विच प्रैस कॉन्फ्रेंस करना शुरू ही होए सी, पर अज उन्हां नूं लग्गिया झटका। की कुछ होया उस दे बारे भी अज गलबात करांगे। आओ आपां इह सारियां घटनावां अज होर की कुछ होया इन्हां दे बारे होर डिस्कस करन लई ਸਾਡੇ ਨਾਲ ਅੱਜ ਮੌਜੂਦ ਨੇ ਪੱਟੀ ਜੀ, ਤੇ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ। ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਜੀ, ਤੁਹਾਡੇ ਵਾਲੇ ਇਲਾਕੇ 'ਚ ਹੀ ਸਿਆਸਤ ਉਧਰ ਜ਼ਿਆਦਾ ਭਖੀ ਹੋਈ ਨਜ਼ਰ ਆ ਰਹੀ ਹੈ ਅੱਜ। ਉਧਰ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੀ ਅਗਰਮ ਜ਼ਮਾਨਤ ਹੈ ਜਿਹੜੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ, ਤੇ ਤੁਹਾਨੂੰ ਲੱਗਦਾ ਕਿ ਹੁਣ ਤਲਵਾਰ ਤਾਂ ਲਟਕ ਗਈ ਫਿਰ ਤਾਂ ਹੁਣ ਗ੍ਰਿਫਤਾਰੀ ਦੀ, ਕਿ ਫਿਰ ਦੁਬਾਰਾ ਅੰਡਰਗਰਾਊਂਡ ਹੋ ਜਾਣਗੇ? ਕੀ ਕਹੋਗੇ? ਜਿੱਥੋਂ ਤੱਕ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਤੀ 10 ਜਨਵਰੀ ਨੂੰ, ਐਂਟੀਸਪਿਟਰੀ ਬੇਲ ਮਿਲੀ ਸੀ। ਉਹਦੇ ਵਿੱਚ ਇਹ ਹੋਇਆ ਸੀ ਇੰਟਰਮ ਬੇਲ ਦਾ ਮਤਲਬ ਆਰਜੀ ਜ਼ਮਾਨਤ ਮਿਲੀ ਤੁਹਾਨੂੰ। ਤੇ ਜਿਹੜੇ ਜਾ ਕੇ ਇਹਨਾਂ ਨੇ ਉੱਥੇ ਪੰਗੇ ਪਾਏ, ਜਦੋਂ ਇਹ ਬਕਾਇਦਾ ਤੌਰ ਤੇ ਸਿੱਟ ਦੇ ਬਲਰਾਜ ਸਿੰਘ ਜਿਹੜਾ ਏਆਈਜੀ ਦੀ ਕੋਈ ਪੇਸ਼ ਹੋਏ ਤੇ ਕਿਹਾ ਕਿ ਜਦੋਂ ਉਹਨੂੰ ਪੁੱਛਿਆ ਵੀ ਤੁਹਾਡੇ ਗਨਮੈਨ ਜਿਹੜੇ ਸੁੱਖੀ ਤੇ ਪਿੰਦਾ ਜਿਹੜੇ ਸੀ ਤੁਰੇ ਫਿਰਦੇ ਇਹਨਾਂ ਨੂੰ, ਕਹਿੰਦਾ ਜੀ ਪੁਲਿਸ ਵਾਲੇ ਨੇ ਤੁਸੀਂ ਦਿੱਤੇ ਸੀ, ਮੇਰੇ ਕਿਹੜੇ ਘਰ ਪੈਦਾ ਕੀਤੇ ਸੀਗੇ। ਲਾਈਕ ਦਿਸ ਜਦੋਂ ਤੁਸੀਂ ਗੱਲ ਕਰੋਗੇ ਤੇ ਫਿਰ ਆਟੋਮੈਟਿਕਲੀ ਉਹਦਾ ਖਿਮਿਆਜੇ ਤੇ ਭੁਗਤਣਾ ਪਏਗਾ। ਬਾਹਰ ਨਿਕਲ ਕੇ ਵੀ ਬੜੀਆਂ ਗੱਲਾਂ ਕੀਤੀਆਂ, ਜਦੋਂ ਕਿ ਤੁਹਾਡਾ ਜੇ ਸੈਬਸੂਸਾਈਡ ਮਾਮਲਾ ਤੁਸੀਂ ਕਹਿੰਦੇ ਜੀ ਵੇਖੋ ਮਾਮਲਾ ਅਦਾਲਤ 'ਚ ਆ, ਅਦਾਲਤ ਕੋਈ ਫੈਸਲਾ ਲਊਗੀ ਤੇ ਮੈਂ ਫਿਰ ਗੱਲ ਕਰੂੰਗਾ। ਇਹਨਾਂ ਨੇ ਨੇਰੀਆਂ ਲਿਆਤੀਆਂ, ਕਦੀ ਚੰਨੀ ਦੇ ਖਿਲਾਫ, ਕਦੀ ਸਿੱਧੂ ਦੇ ਖਿਲਾਫ, ਕਦੀ ਕਿਸੇ ਦੇ ਖਿਲਾਫ, ਕਦੀ ਕਿਸੇ ਦੇ ਖਿਲਾਫ। ਉਹ ਫਿਰ ਖਮਿਆਜਾ ਭੁਗਤਣਾ ਪੈਂਦਾ। ਜਿਹੜੀ ਲੀਜ਼ਾ ਗਿੱਲ ਜੱਜ ਆ, ਲੀਜ਼ਾ ਗਿੱਲ ਦੇ ਫਾਦਰ ਐਚ.ਐਸ. ਬਰਾੜ ਜਿਹੜੇ ਹੁੰਦੇ ਸੀ 2011 ਵਿੱਚ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਹਨਾਂ ਕਰਾਇਆ ਸੀ। ਉਹ ਜਿਹੜੇ ਹੈਗਾ ਸੀ ਗੁਰਦੁਆਰਾ ਚੋਣ ਕਮੇਟੀ ਦੇ ਕਮਿਸ਼ਨ ਦੇ ਚੇਅਰਮੈਨ ਸਨ। ਉਦੋਂ ਇਹ ਕਿਹਾ ਜਾਂਦਾ ਸੀ, ਦਾਅਵਾ ਨਹੀਂ ਕਰਦੇ ਵੀ ਉਸ ਬੰਦੇ ਨੇ ਬਾਦਲਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਸੀ, ਜੋ ਮਰਜ਼ੀ ਕਰੋ, ਤੁਹਾਡੀ ਕੋਈ ਕਵਾਲ ਨਹੀਂ ਵੇਲਾ ਜਰ ਮੈਂ ਇੱਥੇ ਬੈਠਾ। ਤੇ ਗੱਲ ਹੋਇਆ ਵੀ ਏਦਾਂ, ਆਪਣੀ ਮਰਜ਼ੀ ਦਾ ਵੋਟਾਂ ਪਵਾਈਆਂ, ਆਪਣੀ ਮਰਜ਼ੀ ਦਾ ਵੋਟਾਂ ਬਣਾਈਆਂ। ਬਹੁਤ ਸਾਰੇ ਉਮੀਦਵਾਰ ਆਪਣੇ ਬਿਨਾਂ ਮੁਕਾਬਲੇ ਜਿਤਾ ਲਏ ਸੀ। ਕਿਹਾ ਜਾਂਦਾ ਸੀ ਉਹਦੀ ਬੇਟੀ, ਲੇਕਿਨ ਸਖਤ ਬਹੁਤ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅਸੀਂ ਪਹਿਲੇ ਤੋਂ ਕਹਿੰਦੇ ਰਹੇ ਵੀ ਬੀਬੀ ਜੀ ਲੀਜ਼ਾ ਗਿੱਲ, ਜਿਹੜੀ ਜਸਟਿਸ ਲੀਜ਼ਾ ਗਿੱਲ ਬਹੁਤ ਸਖਤ ਆ, ਉਹ ਕਿਤੇ ਵੀ ਸਮਝੌਤਾ ਕਰਨ ਵਾਲੀ ਨਹੀਂ। ਉਹਨਾਂ ਨੇ ਪਹਿਲਾਂ 5 ਤਰੀਕ ਸੀ, 5 ਤੋਂ ਬਾਅਦ ਫਿਰ 10 ਪਈ। 10 ਨੂੰ ਬਕਾਇਦਾ ਤੌਰ ਤੇ ਇਹਨਾਂ ਨੂੰ ਕਹਿ ਦਿੱਤਾ ਕਿ ਭਾਈ ਤੁਹਾਨੂੰ ਬੇਲ ਦਿੱਤੀ ਜਾਂਦੀ, ਇੰਟਰਮ ਬੇਲ, ਤੁਸੀਂ 12 ਤਰੀਕ ਜਾ ਕੇ ਪੇਸ਼ ਹੋ। ਤੇ ਨਾਲ ਇਹ ਗੱਲ ਕਹੀ ਵੀ ਤੁਹਾਡਾ ਜਿਹੜਾ ਬਕਾਇਦਾ ਤੌਰ ਤੇ ਫੋਨ ਇੱਕ ਨਹੀਂ 2 ਨੰਬਰ ਜਿਹੜੇ ਤੁਹਾਡੇ ਖੁੱਲੇ ਹੋਣੇ ਚਾਹੀਦੇ ਆ, ਉਹ ਨੰਬਰ ਦੋਵੇਂ ਦੇ ਦੋਵੇਂ ਸਿੱਟ ਕੋਲੇ ਹੋਣੇ ਚਾਹੀਦੇ ਆ। ਸਿੱਟ ਤੁਹਾਨੂੰ ਕਿਸੇ ਵੇਲੇ ਵੀ ਬੁਲਾ ਸਕਦੀ, ਤੁਸੀਂ ਹਾਜ਼ਰ ਹੋਵੋਗੇ। ਤੁਸੀਂ ਪੰਜਾਬ ਛੱਡ ਕੇ ਕਿਤੇ ਜਾਓਗੇ ਨਹੀਂ, ਵਿਦੇਸ਼ ਨਹੀਂ ਕਿਤੇ ਜਾਓਗੇ ਤੁਸੀਂ। ਜੇ ਤੁਸੀਂ ਗਾਂਹ ਪਿਛਾ ਕੇ ਜਾਂਦੇ ਹੋ ਪੰਜਾਬ ਛੱਡ ਕੇ, ਬਕਾਇਆ ਤੁਹਾਨੂੰ ਦੱਸਣਾ ਪਊਗਾ ਤੁਸੀਂ ਉਹਨੂੰ ਸਿੱਟ ਨੂੰ। ਬੜੀਆਂ ਕੰਡੀਸ਼ਨਾਂ ਥੱਲੇ ਤੋਂ ਜਿਹੜੀ ਸੀ ਬੇਲ ਦਿੱਤੀ ਗਈ ਸੀ। ਲੇਕਿਨ ਜਦੋਂ ਪਹਿਲੇ ਦਿਨ 12 ਤਰੀਕ ਨੂੰ ਪੌਣੇ 2 ਘੰਟੇ ਇਹਨਾਂ ਨੇ ਜਿਹੜੇ ਗੱਲਬਾਤ ਕੀਤੀ, ਉਸ ਤੋਂ ਬਾਅਦ ਇੱਕ ਵਾਰੀ ਫਿਰ ਬੁਲਾਇਆ ਗਿਆ, ਫਿਰ ਪੌਣਾ ਘੰਟਾ ਗੱਲ ਕੀਤੀ। ਲੇਕਿਨ ਮਜੀਠੀਆ ਸਾਹਿਬ ਨੂੰ ਇਹ ਸੀ ਵੀ ਮੇਰੀ ਬੇਲ ਤਾਂ ਹੋ ਗਈ, ਮੈਨੂੰ ਖਤਰਾ ਹੀ ਕੋਈ ਨਹੀਂ ਹੁਣ। ਲੇਕਿਨ ਉਸ ਤੋਂ ਬਾਅਦ ਉਹ ਸਿੱਟ ਨੇ ਜਾ ਕੇ ਪੇਸ਼ ਹੋ ਕਹਿ ਦਿੱਤਾ ਵੀ ਭਾਈ ਸਾਨੂੰ ਇਹ ਸਹਿਯੋਗ ਨਹੀਂ ਦੇ ਰਿਹਾ। ਉਹਦੇ ਵਿੱਚ ਬੀਬੀ ਲੀਜ਼ਾ ਗਿੱਲ ਨੇ ਕਾਫੀ ਟਿੱਪਣੀਆਂ ਕੀਤੀਆਂ ਸੀ। ਉਹਨੇ ਕਿਹਾ ਜੀ ਜੇ ਨਹੀਂ ਦੇ ਰਿਹਾ ਸਹਿਯੋਗ ਤੇ ਫਿਰ ਸਾਨੂੰ ਆਪਣੀ ਕਾਰਵਾਈ ਕਰਨੀ ਪਊ। ਬਕਾਇਦਾ ਤੌਰ ਤੇ ਰੋਹਿਤ ਕੀ ਇਹਨਾਂ ਦੇ ਜਿਹੜੇ ਵਕੀਲ ਸੀ, ਉਹ ਬਕਾਇਦਾ ਤੌਰ ਤੇ ਜਿਹੜੇ ਹਾਕਮ ਧਿਰ ਦੇ ਪੰਜਾਬ ਸਰਕਾਰ ਦੇ ਵਕੀਲ ਸੀ ਪੀ ਚਿਦੰਬਰਮ, ਦੋਵਾਂ ਦੀ ਕਾਫੀ ਲੰਮੀ ਚੌੜੀ ਬਹਿਸ ਹੋਈ ਆ ਵਰਚੁਅਲ ਮੀਟਿੰਗ ਦੇ ਵਿੱਚ। ਇਸ ਕਰਕੇ ਲੀਜ਼ਾ ਗਿੱਲ ਨੇ ਅੱਜ ਜਿਵੇਂ ਕਿ ਫਿਰ ਜਿਹੜਾ ਵਾ ਉਹ ਮਜੀਠੀਆ ਸਾਹਿਬ ਦੀ ਜ਼ਮਾਨਤ ਜਿਹੜੀ ਉਹ ਰੱਦ ਕਰਕੇ ਤੇ ਬਕਾਇਦਾ ਤੌਰ ਤੇ ਫਿਰ ਉਹਨਾਂ ਨੂੰ ਅੰਡਰਗਰਾਊਂਡ ਰੂਪੋਸ਼ ਹੋਣ ਲਈ ਮਜਬੂਰ ਕਰ ਦਿੱਤਾ। ਉਹ ਰੂਪੋਸ਼ ਹੋ ਗਏ ਨੇ। ਉਹਨਾਂ ਕੋਲ ਸਿਰਫ 2 ਵਿਕਲਪ ਰਹਿ ਗਏ ਨੇ। ਪਹਿਲਾ ਵਿਕਲਪ ਤੇ ਉਹਨਾਂ ਕੋਲ ਇਹ ਆ ਵੀ ਉਹ ਜਾ ਕੇ ਚੁੱਪ ਕਰਕੇ ਆਪਣੀ ਸਿੱਟ ਕੋਲ ਸਰੈਂਡਰ ਕਰ ਦੇਣ, ਆਪਣੀ ਗ੍ਰਿਫਤਾਰੀ ਦੇ ਦੇਣ। ਦੂਸਰਾ ਵਿਕਲਪ ਉਹਨਾਂ ਕੋਲ ਸੁਪਰੀਮ ਕੋਰਟ ਚਲੇ ਜਾਣ। ਜੇ ਸੁਪਰੀਮ ਕੋਰਟ ਨੇ ਹਫ਼ਤਾ 10 ਦਿਨ ਬੇਲ ਨੂੰ ਲਾਤੇ ਤੇ ਇਹ ਫਿਰ ਚੋਣ ਲੜਨ ਤੋਂ ਜਿਹੜੇ ਵਾਂਝੇ ਰਹਿ ਜਾਣਗੇ। ਤੁਹਾਨੂੰ ਪਤਾ ਹੋਏਗਾ ਵੀ 2012 ਦੇ ਵਿੱਚ ਡਰੱਗ ਰੈਕਟ ਦੇ ਵਿੱਚ ਜਾਂ ਜਗਦੀਸ਼ ਸਿੰਘ ਭੋਲਾ ਡੀਐਸਪੀ ਸੀ ਤਤਕਾਲੀ,
ਉਹਨੂੰ ਡਿਸਮਿਸ ਕੀਤਾ ਜਾਂਦਾ ਤੇ 2013 ਦੇ ਵਿੱਚ 700 ਕਰੋੜ ਰੈਕਟ ਵਿੱਚ ਡਰੱਗ ਰੈਕਟ 'ਚ ਫੜਿਆ ਜਾਂਦਾ ਉਹਨੂੰ। ਅਦਾਲਤ ਉਹਨੂੰ 6 ਕੇਸ ਦਰਜ ਕਰਦੀ ਹੈ ਪੁਲਿਸ ਦੇ ਖਿਲਾਫ ਤੇ 3 ਕੇਸਾਂ 'ਚੋਂ ਬਰੀ ਹੁੰਦਾ ਤੇ 3 ਕੇਸਾਂ 'ਚ ਅਲੱਗ-ਅਲੱਗ 12 ਸਾਲ 10 ਸਾਲ 2 ਸਾਲ ਨੂੰ ਸਜ਼ਾ ਹੁੰਦੀ, 24 ਸਾਲ ਦੀ ਸਜ਼ਾ ਹੁੰਦੀ ਹੈ। 24 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਜਿਹਦੀ ਚੌਥਾ ਸਜ਼ਾ ਪੂਰੀ ਹੋ ਜਾਏ ਤੇ ਉਹ ਬਕਾਇਦਾ ਤੌਰ ਤੇ ਮੁੜ ਕੇ ਪੈਰੋਲ ਲੈ ਸਕਦਾ। ਉਹਨੇ ਆਪਣੀ ਪੈਰੋਲ ਵਾਸਤੇ ਅਪਲਾਈ ਕੀਤਾ ਵੀ ਜੇ ਬਾਕੀ ਦੇ ਉੱਤੇ ਤੇ ਮੈਨੂੰ ਵੀ ਦਿੱਤੀ ਜਾਵੇ। ਜਿੱਦਣ ਉਹ ਪੈਰੋਲ ਤੇ ਜੇ ਕਿਤੇ ਬਾਹਰ ਆ ਜਾਂਦਾ ਤੇ ਉਹ ਫਿਰ ਇੱਕ ਵਾਰੀ ਮਜੀਠੀਏ ਖਿਲਾਫ ਪੂਰੀਆਂ ਨੇਰੀਆਂ ਲੈ ਕੇ ਆਊਗਾ ਵੀ ਮੇਰੇ ਨਾਲ ਕਿਵੇਂ ਰਿਹਾ, ਕਿਵੇਂ ਕੀਤਾ, ਸਭ ਦੱਸੇਗਾ ਕਿ ਬਾਹਰ ਉਸ ਮਸੀਤਾਂ ਵਧਣਗੀਆਂ ਉਹਨਾਂ ਦੀਆਂ। ਲੇਕਿਨ ਅਜੇ ਤੱਕ ਉਹਨਾਂ ਦੀ ਪੈਰੋਲ ਬਾਰੇ ਕੋਈ ਡਿਸੀਜਨ ਹੋਇਆ ਨਹੀਂਗਾ। ਲੇਕਿਨ ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਵਧ ਗਈਆਂ ਤੇ ਮੁਸ਼ਕਲ ਜਿਹੜੇ ਮਜੀਠੀਆ ਸਾਹਿਬ ਨੇ ਆ ਕੇ ਬਾਹਰ ਜਦੋਂ 10 ਤਰੀਕ ਨੂੰ ਬੇਲ ਹੋਈ ਆ, 10 ਤੋਂ ਲੈ ਕੇ ਤੇ 23 ਤਰੀਕ ਤੱਕ ਜੋ ਕੁਛ ਉਹਨਾਂ ਨੇ ਕੀਤਾ, ਜਿੰਨੀਆਂ ਕੁ ਉਹਨਾਂ ਨੇ ਆ ਕੇ ਬਿਆਨਬਾਜ਼ੀ ਕੀਤੀ, ਜਿੰਨੀਆਂ ਕੁ ਆ ਕੇ ਪ੍ਰੈਸ ਨੇ ਕੀਤੀਆਂ, ਜਿੰਨੀਆਂ ਕੁ ਚੰਨੀ ਨੂੰ ਰਗੜਿਆ ਉਹਨਾਂ ਨੇ। ਚੰਨੀ ਨੇ ਕੀ ਕਿਹਾ? ਅੱਜ ਮੁੱਖ ਮੰਤਰੀ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਭਾਈ ਦੱਸੋ ਮਜੀਠੀਏ ਦੀ ਬੇਲ ਰਿਜੈਕਟ ਹੋ ਗਈ ਆ। ਉਹਨੇ ਕਿਹਾ ਜੀ ਅਸੀਂ ਜੋ ਕੀਤਾ ਬਿਲਕੁਲ ਦਰੁਸਤ ਕੀਤਾ, ਇਹਦੇ ਖਿਲਾਫ ਸਹੀ ਕੇਸ ਦਰਜ ਕੀਤਾ, ਅਸੀਂ ਅਦਾਲਤ ਦੇ ਧੰਨਵਾਦੀ ਹਾਂ। ਉਹਨਾਂ ਨੇ ਕੇਸ ਦੀ ਸੰਗੀਨਤਾ ਨੂੰ ਸਮਝਿਆ ਤੇ ਮਜੀਠੀਏ ਦੀ ਬੇਲ ਰੱਦ ਕੀਤੀ। ਨਾਲ ਉਹਨੇ ਇੱਕ ਕਬੀਰਾ ਤੇਰੀ ਝੌਂਪੜੀ ਗੜ ਕਟਿਆਰ ਦੇ ਪਾਸ, ਕਰਨਗੇ ਸੋ ਭਰਨਗੇ ਤੈ ਕਿਉਂ ਪਇਓ ਉਦਾਸ। ਉਹਨਾਂ ਨੇ ਇਹ ਕਬੀਰ ਜੀ ਦਾ ਜਿਹੜਾ ਦੋਹਾ ਸੀ ਉਹ ਵੀ ਪੜ੍ਹਿਆ ਉਸ ਟਾਈਮ ਦੇ ਉੱਤੇ। ਇਸ ਕਰਕੇ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਜੀ ਪੋਲੀਟੀਕਲ ਵੈਂਡੇਟਾ ਉਹਨਾਂ ਚਿਰ ਸੀ ਜਿੰਨਾ ਚਿਰ ਮਾਮਲਾ ਸਰਕਾਰ ਦੇ ਕੋਲ ਸੀ, ਪੁਲਿਸ ਦੇ ਕੋਲ ਸੀ। ਹੁਣ ਮਾਮਲਾ ਬਕਾਇਦਾ ਤੌਰ ਤੇ ਅਦਾਲਤ ਕੋਲ ਆ। ਅਦਾਲਤ ਨੇ ਫੈਸਲਾ ਦਿੱਤਾ ਵਾ। ਆਉਣ ਵਾਲੇ ਦਿਨਾਂ 'ਚ ਵੇਖੋ ਮੁਸ਼ਕਲਾਂ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਮਜੀਠੀਆ ਸਾਹਿਬ ਦੀਆਂ। ਜੇ ਉਹਨਾਂ ਦੀਆਂ ਮਜੀਠੀਆਂ ਵੱਧਦੀਆਂ ਤੇ ਆਉਣ ਵਾਲੇ ਦਿਨਾਂ ਜੇ ਮਜੀਠੀਆ ਸਾਹਿਬ ਦੀ ਕੋਈ ਪੁੱਛ ਪੜਤਾਲ ਸਿੱਟ ਕਰਦੀ ਹੈ ਤੇ ਕਿਹੜੇ ਮਹਾਂਪੁਰਸ਼ ਹੋਰ ਵਿੱਚ ਆਉਣਗੇ ਇਹ ਤੇ ਫਿਰ ਜਾਂਚ ਦੱਸੇਗੀ ਜੀ। ਨਹੀਂ, ਨਾਲੇ ਪੱਟੀ ਜੀ ਇਸ ਦੇ ਵਿੱਚ ਜਦੋਂ ਜ਼ਮਾਨਤ ਮਿਲਦੀ ਹੈ ਉਦੋਂ ਸਵਾਲ ਸਿੱਧਾ ਸਰਕਾਰ ਤੇ, ਕਹਿੰਦੇ ਦੇਖੋ ਜੀ ਮੈਨੂੰ ਤਾਂ ਜ਼ਮਾਨਤ ਹੀ ਇਸ ਚੱਕਰ 'ਚ ਮਿਲ ਗਈ। ਉਹਨਾਂ ਨੇ ਕਿਹਾ ਜਦੋਂ ਰੈਲੀਆਂ ਦੇ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਨੇ ਕਲਿੱਪਸ ਰੱਖੇ, ਦੇਖੋ ਕਿ ਸਿੱਧਾ ਪੋਲੀਟੀਕਲ ਮੈਂਡੇਟ ਹੈ ਤੇ ਕਹਿੰਦੇ ਦੇਖੋ ਸਾਨੂੰ ਤਾਂ ਪੋਲੀਟੀਕਲ ਮੈਂਡੇਟ ਆ ਤਾਂ ਹੀ ਨਾਲ ਦੀ ਨਾਲ ਉਹਨਾਂ ਨੇ ਬੇਲ ਦੇ ਦਿੱਤੀ ਹੈ। ਤੇ ਪਰ ਹੁਣ ਕਹਿਣਗੇ ਕੀ? ਹੁਣ ਤਾਂ ਪੋਲੀਟੀਕਲ ਮੈਂਡੇਟ ਵਾਲਾ ਤਾਂ ਉਹ ਚੈਪਟਰ ਹੀ ਖਤਮ ਹੋ ਗਿਆ ਕਿਉਂਕਿ ਉਹੀ ਅਦਾਲਤ, ਉਹ ਵੀ ਅਦਾਲਤ ਸੀਗੀ ਜਿਨ੍ਹਾਂ ਨੇ ਤੁਹਾਨੂੰ ਜ਼ਮਾਨਤ ਦਿੱਤੀ ਤੇ ਇਹ ਵੀ ਅਦਾਲਤ ਹੀ ਹੈ ਜਿਨ੍ਹਾਂ ਨੇ ਅੱਜ ਰੱਦ ਕੀਤੀ ਹੈ ਤੁਹਾਡੀ ਅਗਰਮ ਜ਼ਮਾਨਤ। ਖੈਰ ਇਹਦੇ ਹੁਣ ਸਿਆਸੀ ਮਾਨੇ ਕੀ ਨਿਕਲਣਗੇ ਆਉਣ ਵਾਲੇ ਟਾਈਮ 'ਚ? ਕੀ ਅਕਾਲੀਆਂ ਤੇ ਹੁਣ ਮਜੀਠੀਏ ਵਾਲੇ ਆ ਕੇਸ ਭਾਰੀ ਪੈ ਜਾਣਗੇ? ਕੀ ਹੁਣ ਉਧਰ ਮਾਲਵੇ ਵਾਲਾ ਪਾਸਾ ਜਿਹੜਾ ਇੱਧਰ ਉਧਰ ਵਾਕਈ ਇਹਨਾਂ ਦਾ ਹੋਊਗਾ ਕੁਝ? ਵੇਖੋ ਜਿਹੜਾ ਮਾਲਵੇ ਦੇ ਵਿੱਚ ਜਿਹੜੇ 2-3 ਜ਼ਿਲ੍ਹੇ, ਮੇਰੇ ਖਿਆਲ 15 ਜ਼ਿਲ੍ਹੇ ਹੈਗੇ ਨੇ ਉਹਦੇ ਵਿੱਚ ਜੀ। ਮਾਲਵੇ ਦੇ ਤੁਸੀਂ ਫਾਜ਼ਿਲਕਾ ਲੈ ਲਓ, ਮੁਕਤਸਰ ਲੈ ਲਓ ਤੇ ਫਿਰੋਜ਼ਪੁਰ ਲੈ ਲਓ। ਇੱਥੇ ਆਮ ਆਦਮੀ ਤਾਂ ਬਹੁਤਾ ਕੁਛ ਹੈ ਨਹੀਂ। ਇਹਨਾਂ 3 ਜ਼ਿਲ੍ਹਿਆਂ ਜਿਹੜੀ ਟੱਕਰ ਹੋਏਗੀ ਕਾਂਗਰਸ ਦੀ ਤੇ ਅਕਾਲੀ ਦਲ ਦੀ ਹੋਏਗੀ। ਜਿਹੜੀ ਬਾਕੀ ਜ਼ਿਲ੍ਹੇ ਨੇ ਉੱਥੇ 10-12 ਜ਼ਿਲ੍ਹੇ ਹੈਗੇ ਬਾਕੀ ਹੈਗੇ, ਉੱਥੇ ਬਕਾਇਦਾ ਤੌਰ ਤੇ ਟੱਕਰ ਆਮ ਆਦਮੀ ਪਾਰਟੀ ਦੀ ਤੇ ਬਕਾਇਦਾ ਤੌਰ ਤੇ ਕਾਂਗਰਸ, ਮਤਲਬ ਕਾਂਗਰਸ ਹਰ ਪਾਸੇ ਜਿਹੜੀ ਟੱਕਰ 'ਚ ਆ। ਕਾਂਗਰਸ ਕਿਤੇ ਵੀ ਕਮਜ਼ੋਰ ਨਹੀਂ ਹੈਗੀ। ਇਹਦੀ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ, ਮੈਂ ਤਾਂ ਪਹਿਲਾਂ ਨਹੀਂ ਗੱਲ ਕਹਿਤੀ ਵੀ ਜੇ ਕਿਤੇ ਇਹ ਸਿੱਟ ਦੇ ਪੇਚ ਹੁੰਦੇ ਆ ਤੇ ਇਹਨਾਂ ਦੀ ਫਿਜ਼ੀਕਲ ਤੌਰ ਤੇ ਰਿਮਾਂਡ ਲੈ ਕੇ ਇਹਦੀ ਪੁੱਛ ਪੜਤਾਲ ਹੁੰਦੀ ਤੇ ਕਈ ਬੰਦੇ ਹੋਰ ਫਸਣਗੇ। ਤੁਹਾਨੂੰ ਪਤਾ ਹੋਵੇਗਾ ਸੱਤਾ ਪਿੰਦੀ ਜਿਹੜੇ ਕੈਨੇਡਾ ਦੇ ਵਿੱਚ ਉਹਨਾਂ ਦੀ ਐਕਸਟ੍ਰੈਡੀਸ਼ਨ ਜਿਹੜੀ ਆ ਉਹ ਬਕਾਇਦਾ ਤੌਰ ਕੈਨੇਡਾ ਸਰਕਾਰ ਕੋਲ ਪੈਂਡਿੰਗ ਪਈ ਆ ਵੀ ਸਾਨੂੰ ਇਹ ਬੰਦੇ ਲੋੜੀਂਦੇ ਆ, ਸਾਨੂੰ ਐਕਸਟ੍ਰੈਡੀਸ਼ਨ ਦੇ ਵਿੱਚ ਜਿਹੜੇ ਸਾਡੇ ਇੰਡੀਆ 'ਚ ਭੇਜੇ ਜਾਣ। ਜੇ ਬਾਈ ਚਾਂਸ ਲਈ ਕੈਨੇਡਾ ਸਰਕਾਰ ਕੋਈ ਫੈਸਲਾ ਇਹੋ ਜਿਹਾ ਲੈ ਲੈਂਦੀ ਹੈ ਤੇ ਫਿਰ ਇਹਨਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਡਰੱਗ ਰੈਕਟ ਜਿਹੜਾ ਬਕਾਇਦਾ ਤੌਰ ਤੇ ਭੋਲੇ ਦੇ ਨਾਲ ਰਲ ਕੇ ਫੈਕਟਰੀ ਲਾਈ ਸੀ ਬੱਦੀ ਦੇ ਵਿੱਚ, ਹਿਮਾਚਲ ਦੇ ਵਿੱਚ, ਅਜੇ ਉਹਦਾ ਬੜਾ ਕੁਝ ਸਮਾਨ ਆਉਣ ਵਾਲਾ ਬਾਕੀ ਹੈ। ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਇੰਨੀਆਂ ਕਿ ਵਧ ਗਈਆਂ, ਨਾਲ ਅਕਾਲੀ ਦਲ ਦੀਆਂ ਵਧ ਗਈਆਂ। ਜਿਹੜੇ ਇਹਨਾਂ ਦੇ ਸਿਪਾਹ ਸਲਾਰ ਕਈ ਸੀਟਾਂ ਤੇ ਚੋਣ ਲੜ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਵੀ ਜੇ ਸੁਪਰੀਮ ਕੋਰਟ 'ਚ ਵੀ ਬੇਲ ਨਹੀਂ ਮਿਲਦੀ, ਕਿਉਂ 2 ਕੋਰਟਾਂ ਨੇ, ਜਿਹੜੀ ਸੈਸ਼ਨ ਕੋਰਟ ਆ ਜਿਹਨੇ ਉਹਨੇ ਪਹਿਰਾਵਾਈ ਜੋ ਲਿਖਿਆ ਨਾ ਉਹ ਬਹੁਤ ਸਖਤ ਲਿਖਿਆ ਉਹਨੇ,
27A ਦੇ ਵਿੱਚ ਬਕਾਇਦਾ ਤੌਰ ਤੇ ਬੇਲ ਨਹੀਂ ਮਿਲਦੀ। ਬੀਬੀ ਲੀਜ਼ਾ ਗਿੱਲ ਨੇ ਤੇ ਹਾਲ ਦੀ ਘੜੀ ਦੇਤੀ ਬੇਲ ਇਹਨਾਂ ਨੂੰ ਵੀ, ਚਲੋ ਅਸੀਂ ਪੋਲੀਟੀਕਲ ਵੈਂਡੇਟਾ ਕਹਿੰਦੇ ਆ, ਇੰਟਰਮ ਬੇਲ ਦੇਤੀ। ਮਜੀਠੀਆ ਸਾਹਿਬ ਨੇ ਸੋਚਿਆ ਵੀ ਨਹੀਂ ਸੀ ਕਦੀ ਵੀ ਮੇਰੀ ਬੇਲ ਰਿਜੈਕਟ ਹੋਊਗੀ। ਉਹਨੂੰ ਪਤਾ ਸੀ ਮੇਰੀ ਬੇਲ ਜਿਹੜੀ ਉਹ ਕਨਫਰਮ ਹੋ ਜਾਣੀ ਹੈ, ਲੇਕਿਨ ਉਹਨਾਂ ਨੇ ਕਨਫਰਮ ਨਹੀਂ ਕੀਤੀ। ਇਸ ਕਰਕੇ ਇਸ ਸਿਆਸਤ ਦੇ ਉੱਤੇ, ਕਾਲੀ ਸਿਆਸਤ ਤੇ ਬਹੁਤ ਜ਼ਿਆਦਾ ਪ੍ਰਭਾਵ ਪਏਗਾ। ਭਾਵੇਂ ਸੁਖਬੀਰ ਸਿੰਘ ਬਾਦਲ ਵੀ ਕਹੀ ਜਾਂਦੇ ਜੀ ਪੋਲੀਟੀਕਲ ਵੈਂਡੇਟਾ ਜੀ, ਪੋਲੀਟੀਕਲ ਵੈਂਡੇਟਾ ਮਜੀ ਝੂਠੇ ਕੇਸ ਦਰਜ ਕੀਤੇ ਨੇ। ਚਟੋਪਾਧਿਆਏ ਦੇ ਘਰ ਮੀਟਿੰਗ ਹੋਈਆਂ, ਚਟੋਪਾਧਿਆਏ ਨੇ ਕੀਤੇ। ਚਟੋਪਾਧਿਆਏ ਦੇ ਜਿਹੜੇ ਸੀ ਸਮਗਲਰ ਦਾ ਸੰਬੰਧ ਸੀ, ਉਹਦੇ ਡਰੱਗ ਪੈਡਲਰ ਦਾ ਸੰਬੰਧ ਸੀ, 2 ਬੰਦੇ ਡਿਸਮਿਸ ਕੀਤੇ ਸੀ ਪੁਲਿਸੋਂ, ਐਸਪੀਓ, ਉਹ ਉਹਦੇ ਨਾਲ ਰਹਿੰਦੇ ਸੀਗੇ। ਉਹ ਕਿਵੇਂ ਨਾਲ ਰਹਿੰਦੇ ਸੀ? ਉਹ ਜਿਹੜੇ ਬੰਦੇ ਫੜ ਵੀ ਲਿਆ ਜੀ, ਬੜਾ ਕੁਝ ਕਿਹਾ ਉਹਨਾਂ ਨੇ। ਤੇ ਉਧਰ ਲੇਕਿਨ ਸਵਾਲ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ, ਤੇ ਉੱਥੇ ਕਿੰਨਾ ਕੁ ਅਸਰ ਪਏਗਾ? ਕਿਉਂਕਿ ਉੱਥੇ ਸਾਰੀਆਂ ਚੀਜ਼ਾਂ, ਸਾਰੀ ਕੁਝ ਮਜੀਠੀਆ ਜੀ ਤੇ ਆ ਕੇ ਹੀ ਘੁੰਮਦੀ ਆਲੇ ਦੁਆਲੇ ਜਿਹੜੀ ਅਕਾਲੀ ਦਲ ਦੀ ਸਿਆਸਤ ਹੈ। ਤੇ ਉਧਰ ਤਾਂ ਮਤਲਬ ਅਗਰ ਜਰਨੈਲ ਹੀ ਨਹੀਂ ਰਿਹਾ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਚਾਹੇ ਹੁਣ ਅਕਾਲੀ ਦਲ ਉੱਥੇ ਬਿਲਕੁਲ ਕੱਲੀ ਪੈ ਗਈ ਹੈ? ਬਿਲਕੁਲ ਐਂ ਕਹਿ ਸਕਦੇ ਹਾਂ ਖੇਰੂ ਖੇਰੂ ਹੋਣ ਵਾਲੇ ਕੰਮ ਹੋ ਗਏ ਨੇ। ਵੇਖੋ ਜਿਹੜੀ ਅੱਜ ਦੀ ਸਿਆਸਤ ਹੈ ਨਾ ਜੀ, ਮਜੀਠੀਆ ਸਾਹਿਬ ਅੱਜ ਵੀ ਜੇਲ੍ਹ ਦੇ ਵਿੱਚ ਵੀ ਚੋਣ ਲੜਨ ਮਜੀਠੇ ਦੇ ਉੱਤੇ, ਮੈਨੂੰ ਉਮੀਦ ਨਹੀਂ ਹਾਰਨੋਂ। ਉਹਨਾਂ ਸੀਟ ਮਜੀਠੇ ਦੀ ਪੱਕੀ ਆ, ਲੇਕਿਨ ਲਾਗਲੀਆਂ ਸੀਟਾਂ ਤੇ ਜਿਨ੍ਹਾਂ ਜਾ ਕੇ ਉਹਨਾਂ ਜਾ ਕੇ ਪ੍ਰਚਾਰ ਕਰਨਾ ਸੀ, ਲੋਕਾਂ ਨੂੰ ਆਪਣੇ ਨਾਲ ਤੋਰਨਾ ਸੀ, ਉਹ ਸੀਟਾਂ ਖਤਰੇ 'ਚ ਵਾਕਿਆ ਪੈ ਗਈਆਂ ਨੇ, ਕੋਈ ਦੋ ਰਾਵਾਂ ਨਹੀਂ ਹੈਗੀਆਂ। ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਮਜੀਠੀਆ ਜਿਹੜਾ ਵਾ ਬਕਾਇਦਾ ਤੌਰ ਤੇ ਸਿੱਧੂ ਦੇ ਖਿਲਾਫ ਚੋਣ ਲੜੇਗਾ। ਮੈਂ ਕਿਹਾ ਬਿਲਕੁਲ ਨਹੀਂ ਲੜੇਗਾ। ਇਹ ਕਿਹਾ ਜਾਂਦਾ ਸੀ ਵੀ ਜਿਹੜਾ ਕੈਪਟਨ ਆ ਉਹ ਸਿੱਧੂ ਦੇ ਖਿਲਾਫ ਚੋਣ ਲੜ ਗਿਆ ਸੀ, ਮੈਂ ਪਹਿਲਾਂ ਉਹ ਕਹਿੰਦਾ ਰਿਹਾ ਬਿਲਕੁਲ ਲੜੇਗਾ। ਉਹ ਆਪਣੇ ਜਿਹੜਾ ਫਿਊਚਰ ਕਿਉਂ ਰਿਸਕ 'ਚ ਪਾਉਣਗੇ? ਉਹ ਬਿਲਕੁਲ ਉਹ ਆਪਣੀ ਚੋਣ ਲੜ ਕੇ ਵਿਧਾਨ ਸਭਾ ਜਾਣਗੇ ਤੇ ਜਾ ਕੇ ਆਪਣੀ ਗੱਲ ਕਰਨਗੇ। ਇਸ ਕਰਕੇ ਮਜੀਠੀਆ ਸਾਹਿਬ ਦੇ ਉੱਤੇ ਆਹ ਭਾਣਾ ਵਰਤਣ ਦੇ ਨਾਲ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਮਾਝੇ ਦੀ ਜਿੱਥੇ ਦਾ ਚੋਣ ਪ੍ਰਚਾਰ ਕਰਨ ਜਾਣਾ ਸੀਗਾ, ਜਿਹੜੇ ਆਪਣੇ ਸਿਪਾਹੀ ਸਾਹਿਬ ਨੂੰ ਕਾਮਯਾਬੀ ਦੀ ਗੱਲ ਕਰਨੀ ਸੀ, ਉਹਨਾਂ ਨੂੰ ਘਾਟਾ ਵੀ ਪਿਆ। ਤੇ ਉਹਨਾਂ ਨੂੰ ਘਾਟਾ ਪੈਣ ਦੇ ਨਾਲ ਉਹਨਾਂ ਤੇ ਅਸਰ ਵੀ ਬਹੁਤ ਮਾੜਾ ਪਏਗਾ ਇਸ ਗੱਲ ਦਾ ਜੀ। ਪੱਟੀ ਜੀ, ਇੱਕ ਜਿਹੜੀ ਚੀਜ਼ ਹੈ, ਤੁਹਾਨੂੰ ਲੱਗਦਾ ਕਿ ਹੁਣ ਮਜੀਠੀਆ ਜੀ, ਕਿਉਂਕਿ ਪਹਿਲਾਂ ਜਿਹੜਾ ਹੋਇਆ ਉਹ ਅੰਡਰਗਰਾਊਂਡ ਹੋ ਗਏ, ਹੁਣ ਤੁਹਾਨੂੰ ਲੱਗਦਾ ਹੈ ਕਿ ਮਜੀਠੀਆ ਜੀ ਵਾਕਈ ਸਿੱਟ ਦੇ ਸਾਹਮਣੇ ਪੇਸ਼ ਹੋ ਜਾਣਗੇ ਤੇ ਆਤਮ ਸਮਰਪਣ ਕਰ ਦੇਣਗੇ? ਤੁਹਾਨੂੰ ਲੱਗਦਾ? ਮੈਂ ਕਿਹਾ ਜੀ ਦੋ ਹੀ ਉਹਨਾਂ ਕੋਲ ਵਿਕਲਪ ਨੇ। ਪਹਿਲਾ ਵਿਕਲਪ ਉਹਨਾਂ ਦੇ ਕੋਲੇ ਆ ਵੀ ਸਿੱਟ ਦੇ ਸਾਹਮਣੇ ਪੇਸ਼ ਹੋ ਜੇ, ਸਿੱਟ ਨੂੰ ਅਦਾਲਤ 'ਚ ਪੇਸ਼ ਕਰੇਗੀ, ਅਦਾਲਤ ਉਹਦਾ ਰਿਮਾਂਡ ਦੇ ਦੇਗੀ। ਰਿਮਾਂਡ ਦੇ ਵਿੱਚ ਪੁੱਛ ਪੜਤਾਲ ਤੋਂ ਬਾਅਦ ਜਿਹੜੀ ਆ ਉਹ 2 ਦਿਨ ਰਵੇ, 3 ਦਿਨ ਰਵੇ, 4 ਦਿਨ ਦੇ, ਹਫ਼ਤਾ ਰਵੇ। ਰਿਮਾਂਡ ਤੋਂ ਬਾਅਦ ਜਿਹੜੀ ਆ ਉਹਨੂੰ ਜੇਲ੍ਹ ਭੇਜ ਦਿੱਤਾ ਜਾਏਗਾ 14 ਦਿਨ ਦੀ ਹਿਰਾਸਤ ਦੇ ਵਿੱਚ। ਇਸ ਕੇਸ ਜ਼ਮਾਨਤ ਮਿਲਣੀ ਬੜੀ ਮੁਸ਼ਕਲ ਆ। ਇਸ ਕਰਕੇ ਮੈਂ ਸੋਚਦਾ ਵੀ ਇਹ ਪਹਿਲ ਜਿਹੜੀ ਆ ਉਹ ਸੁਪਰੀਮ ਕੋਰਟ ਨੂੰ ਜਿਹੜੇ ਕਿ ਆਪਣੇ ਵਕੀਲਾਂ ਦਾ ਸਲਾਹ ਕਰਨਗੇ ਵੀ ਸਾਨੂੰ ਇੱਥੋਂ ਬੇਲ ਮਿਲ ਸਕਦੀ ਆ ਜਾਂ ਨਹੀਂ ਮਿਲ ਸਕਦੀ। ਲੀਜ਼ਾ ਗਿੱਲ ਨੇ ਬਹੁਤ ਸਖਤ ਲਿਖਿਆ, ਉਹ ਕਹਿੰਦੇ ਆ, ਮੈਂ ਪੜ੍ਹਿਆ ਨਹੀਂ ਅਜੇ ਤੱਕ, ਜਿਹੜੇ ਸੈਸ਼ਨ ਜੱਜ ਸੀ ਉਹਨੇ ਕਾਫੀ ਸਖਤ ਲਿਖਿਆ ਵਾ, 2 ਜੱਜਾਂ ਨੂੰ ਸਰਪਾਸ ਕਰਕੇ ਜੇ ਬਿੱਲ ਦਿੰਦੀ ਆ ਸੁਪਰੀਮ ਕੋਰਟ, ਉਹ ਵੀ ਇੰਟਰਮ ਬਿੱਲ ਦੇਵੇਗੀ, ਫਿਰ ਪੁੱਛ ਪੜਤਾਲ ਹੋਏਗੀ। ਜੇ ਫਿਰ ਉਹ ਜਾ ਕੇ ਕਹਿ ਦਿੰਦੇ ਵੀ ਸਾਨੂੰ ਸਹਿਯੋਗ ਨਹੀਂ ਦਿੰਦੇ। ਹੁਣ ਮਜੀਠੀਆ ਸਾਹਿਬ ਦੀ ਇੰਨੀ ਪਹੁੰਚ ਤਾਂ ਹੈ ਨਹੀਂ ਜਿੰਨੀ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਸੈਣੀ ਸਾਹਿਬ ਦੀ ਸੀਗੀ। ਸੈਣੀ ਸਾਹਿਬ ਦੇ ਰਾਹ ਦੇ ਮੁਖੀ ਦੇ ਨਾਲ ਤੇ ਜਿਹੜੇ ਸਾਡੇ NSA ਸਾਹਿਬ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨਾਲ ਕਾਫੀ ਨੇੜਤਾ, ਇਕੱਠੇ ਰਹੇ ਨੇ, ਇੱਕ ਮੰਚ ਤੇ ਰਹੇ ਨੇ, ਇੱਕ ਮੰਚ ਤੇ ਕੰਮ ਕੀਤਾ। ਉਹਨਾਂ ਦੇ ਨਾਲ ਕਹਿੰਦੇ ਆ ਵੀ ਉਹਨਾਂ ਨਾਲ ਕਹਿਣ ਦੇ ਨਾਲ ਜਿਹੜਾ ਸੀ ਕੋਈ ਨਾ ਕੋਈ ਨੂੰ ਰਾਹਤ ਮਿਲੀ ਆ, ਲੇਕਿਨ ਮੈਂ ਸੋਚਦਾ ਵੀ ਉਹ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ। ਉਹ ਨਵੇਂ ਜਿਸ ਹੰਦੇ ਪੈਦਾ ਕਰ ਦਿੱਤੇ ਇਹਨਾਂ ਨੇ, ਪਿਆਉਣ ਵਾਲੇ ਹੋਰ ਵੀ ਕਹੂ ਜੀ ਵੇਖੋ ਜਿਹਨੂੰ ਬਲੈਂਕਮੇਲ ਦਿੱਤੀ ਸੀ ਮੈਨੂੰ ਦੇ, ਉਹ ਇੱਕ ਵਾਰ ਮਤਲਬ ਮੈਂ ਸਮਝਦਾ ਪ੍ਰੈਜ਼ੀਡੈਂਟ ਬਣ ਜਾਊਗਾ। ਉਹ ਨਹੀਂ ਬਣਨਾ ਚਾਹੀਦਾ। ਹਾਲ ਦੀ ਘੜੀ ਮਜੀਠੀਆ ਸਾਹਿਬ ਕੋਲ 2 ਰਸਤੇ ਨੇ, ਜਾਂ ਸਿੱਟ ਸਾਹਮਣੇ ਪੇਸ਼ ਹੋ ਜਾਣ, ਜੇ ਪੇਸ਼ ਨਹੀਂ ਹੁੰਦੇ ਫਿਰ ਸੁਪਰੀਮ ਕੋਰਟ ਜਾਣਾ ਪਊਗਾ। ਸੁਪਰੀਮ ਕੋਰਟ ਹਫ਼ਤਾ ਲਾਉਂਦੀ ਹੈ, 10 ਦਿਨ ਲਾਉਣੀ, ਇਹ ਨਹੀਂ ਪਤਾ ਕਿੰਨੇ ਦਿਨ ਲਾਉਂਦੀ ਆ। ਫਿਰ ਬੇਲ ਮਿਲਦੀ ਹੈ ਕਿ ਨਹੀਂ ਮਿਲਦੀ, ਇਹ ਵੀ ਡਿਪੈਂਡ ਸੁਪਰੀਮ ਕੋਰਟ ਤੇ ਕਰਦਾ ਜੀ। ਖੈਰ ਪੱਟੀ ਜੀ, ਮਜੀਠੀਆ ਜੀ ਤਾਂ ਹਾਲੇ ਐਕਸ਼ਨ 'ਚ ਆਉਣ ਲੱਗੇ ਸੀ, ਪਰ ਪਹਿਲਾਂ ਹੀ ਬ੍ਰੇਕ ਲਾ ਦਿੱਤੀ ਹੈ ਹਾਈ ਕੋਰਟ ਨੇ, ਤੇ ਆਪਾਂ ਵੀ ਇੱਥੇ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਕੀ ਕੁਝ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੇਜਰੀਵਾਲ ਤੇ ਨਿਸ਼ਾਨੇ ਚੱਕੇ ਨੇ, ਉਸ ਬਾਰੇ ਵੀ ਆਪਾਂ ਅੱਗੇ ਗੱਲਬਾਤ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਕੱਲ ਮਜੀਠੀਆ ਜੀ ਪ੍ਰੈਸ ਕਾਨਫਰੰਸ ਕਰਕੇ ਚੰਨੀ ਜੀ ਤੇ ਨਿਸ਼ਾਨੇ ਸਾਧ ਰਹੇ ਸੀ, ਅੱਜ ਖੁਦ ਉਹ ਨਿਸ਼ਾਨਾ ਬਣੇ ਹੋਏ ਨੇ।
ਖੈਰ ਆਉਣ ਵਾਲੀ ਸਿਆਸਤ ਹੋਰ ਭਖਦੀ ਦਿਖੇਗੀ, ਕਿਉਂਕਿ ਹੁਣ ਔਖਾ ਹੋ ਗਿਆ ਮਜੀਠੀਆ ਜੀ ਵਾਸਤੇ, ਕਿਉਂਕਿ ਅੱਜ ਵਾਕਈ ਦਿਨ ਭਾਰੀ ਸੀਗਾ। ਤੇ ਉਧਰ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਸਵਾਲ ਚੱਕੇ ਨੇ। ਸਵਾਲ ਕਿਸ ਤੇ ਚੱਕੇ ਨੇ ਤੁਹਾਨੂੰ ਆਓ ਪਹਿਲਾਂ ਸੁਣਾ ਦਿੰਦੇ ਆ, ਦੇਖਦੇ ਆ। मैं बेनकाब कर दूंगा, आई विल एक्सपोज दिस हिपोक्रेट टुडे। ही इज अ हैबिचुअल लायर, ये झूठ बोलेगा ही, और 100 झूठ बोल के ये झूठ को सच बनाने का जो प्रयास है ये पंजाब में नहीं चलता। नाउ दिस वुड हैव बीन एन अवॉइडेबल lie. This was an avoidable lie. Why would you do it? Why would you create all this nonsense and propaganda to do something like this? इसकी कोई जरूरत नहीं थी, लेकिन अगर किया है तो ये आज पहली बार नहीं किया, ये पहले भी किया है। मजीठिया से माफी मांगी थी, पहला घोड़े पे चढ़ गया, 5-7 महीने अंदर दे दूं, फलाना कर दूं, टमकाना कर दूं, फिर माफी मंगन की स्प्री ते चला गया। दे माफी ते माफी, दे माफी ते माफी, वो तरीक ते तरीक देता ही सनी दिओल, माफी ते माफी। उन्हें 5000 बंदे तो माफी मंग ली, उन्हें गोडे टेक मंगी, लेट मंगी। ऐद की किसी फॉरन कंट्री फंड मंगन गया, ये जुत्ते पेल दे। अज भी गालां कढदे आ सारे NRI, ਇਹਦਾ ਨਾਂ ਲੈ ਕੇ ਰਾਜੀ ਨਹੀਂ ਤੋਂ ਹਿਸਾਬ ਮੰਗਦੇ ਹੋ। ਸੋ ਵਾਟ ਆਮ ਸੇਇੰਗ ਇਜ਼ ਕਿ ਦੀ ਟ੍ਰਿਕਸਟਰ ਲਾਂਚਡ ਅ ਪ੍ਰਾਈਵੇਟ ਨੰਬਰ। ਦੇਖੋ ਪ੍ਰਾਈਵੇਟ ਨੰਬਰ ਤੁਹਾਡੇ ਕੋਲ ਵੀ ਹੈ, ਮੇਰੇ ਕੋਲ ਵੀ ਹੈ, ਤੁਸੀਂ ਜਾਣਦੇ ਹੋ ਕਿ ਭਾਈ ਕਾਲ ਆਏਗੀ ਤੇ 15-20 ਸਕਿੰਟ ਤੇ ਲੱਗਣਗੇ, लगेगा ही ना। अगर मैसेज भी आएगा तो WhatsApp मैसेज ਨੂੰ ਆਂਦੇ ਆਂਦੇ 15 ਸਕਿੰਟ ਲੱਗਣਗੇ ਕਿ ਨਹੀਂ ਲੱਗਣਗੇ? ਠੀਕ ਹੈ, ਇਹ ਕਹਿ ਰਹੇ ਵੀ 1 ਸਕਿੰਟ ਦੇ ਵਿੱਚ 12 ਮੈਸੇਜ ਆਉਂਦੇ ਸੀ, ਅੱਲਾ ਲੰਘਿਆ ਸਕਿੰਟ ਤੇ 12 ਮੈਸੇਜ ਡੀਕੋਡ ਵੀ ਹੋ ਜਾਂਦੇ ਸੀ ਤੇ ਪੜ੍ਹੇ ਵੀ ਜਾਂਦੇ ਸੀ। ਯੂ ਲੁੱਕ ਐਟ ਦੀ ਮੈਨ, ਆਈ ਮੀਨ what is impossible he is projecting as a dish for everybody to eat. Now 12 phones were ringing day and night. Well, let me tell you, अगर डे एंड नाइट भी है ਤਾਂ ਵੀ ਇਸ ਪ੍ਰਾਈਵੇਟ ਨੰਬਰ ਦੇ ਉੱਤੇ 5000 ਤੋਂ ਵੱਧ ਫਿਗਰ ਦਿੱਤਾ ਤੁਹਾਨੂੰ। 5000 ਕਿੰਨਾ भाई? 5760 मैसेजेस से ज्यादा मैसेज नहीं आ सकते। मैं आज कंप्लेंट EC ਨੂੰ भेजी है। The Congress has complained on this issue that how he is trying to befool the people of Punjab through his dirty tricks. I call these dirty tricks. मैं कहना झूठ भाई, तू झूठ बोलना है, ठीक ठीक ला ला यार, मतलब ठीक ठीक ला ला। केजरी हो केजरी सुनदा है, मैं तो तेनू किन्नी बार कहा मित्रा, तू ऐ भोली ऐ बना के मफलर जा हो लुगी वाला पा के तू आउंदा ही नहीं मेरे कोल। आ तो सही तेरा मफलर लावां मैं, आ तो सही, बैठ ते सही ना मेरे कोल, फिर तेन मैं दसां भी पंजाबी सच किवें बोलदे हुंदे। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਝੂਠ ਬੋਲਣਾ ਹੈ, ਚਲੋ ਠੀਕ ਠੀਕ ਲਾ ਲਓ। ਪੱਟੀ ਜੀ ਕਿਵੇਂ ਦੇਖਦੇ ਹੋ? ਨਵਜੋਤ ਸਿੰਘ ਜੀ ਕਹਿ ਰਹੇ ਨੇ ਕਿ ਠੀਕ ਠੀਕ ਲਾ ਲਓ, ਜਿਹੜੀ ਗੱਲ ਇਹ ਆਪਾਂ ਉਸ ਦਿਨ ਵੀ ਇਹ ਕਹੀ ਸੀ ਵੀ ਇੰਨੀਆਂ ਕਾਲਾਂ, ਇੰਨਾ ਸਾਰਾ ਕੁਝ ਕਿਵੇਂ ਆ ਸਕਦਾ ਹੈ। ਅੱਜ ਉਹੀ ਸਵਾਲ, ਉਹ ਸਾਰਾ ਕੁਝ ਤਾਂ ਨਵਜੋਤ ਸਿੰਘ ਸਿੱਧੂ ਖੜੇ ਕਰ ਦਿੱਤੇ ਨੇ ਉਹਨਾਂ ਨੇ ਕੇਜਰੀਵਾਲ ਤੇ। ਤੁਹਾਨੂੰ ਲੱਗਦਾ ਕਿ ਚਲੋ ਦੇਖੋ ਆਏ ਨਹੀਂ ਆਏ ਬਾਤ ਦੀ ਗੱਲ ਹੈ, ਪਰ ਇਸ ਟਾਈਮ ਜਿਹੜੇ ਮੁੱਦੇ ਆ ਇਹਨਾਂ ਨੇ ਕੀਤੇ ਨੇ ਫੋਨ ਨੂੰ ਲੈ ਕੇ, ਕਿਤੇ ਬੈਕਫਾਇਰ ਤਾਂ ਨਹੀਂ ਹੋ ਜਾਊਗਾ ਕੇਜਰੀਵਾਲ ਜੀ ਵਾਸਤੇ? ਵੇਖੋ ਇਹ ਸਿਰਫ ਦੂਸ਼ਣਬਾਜ਼ੀਆਂ ਹੈਗੀਆਂ। ਮੈਂ ਤੁਹਾਨੂੰ ਅਸਲੀ ਜਿਹੜੀ ਸੱਚਾਈ ਲੱਗ ਕੇ ਜਾਂਦਾ, ਜਿਹੜੀ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨਿਕਲੀ ਕਿਹਦੇ ਚ ਸੀਗੀ? ਵਿਵੇਕਾਨੰਦ ਫਾਊਂਡੇਸ਼ਨ ਦੇ ਵਿੱਚ। ਵਿਵੇਕਾਨੰਦ ਫਾਊਂਡੇਸ਼ਨ ਕਿਹਦੀ ਸੀ? ਜਿਹਦੇ ਅੱਜ ਕੱਲ NSA ਨੇ ਅਜੀਤ ਦੋਪਾਲ। ਅਜੀਤ ਦੋਪਾਲ ਕੌਣ ਸੀਗੇ? ਤੁਹਾਨੂੰ ਪਤਾ ਹੋਵੇਗਾ ਸਾਕਾ ਨੀਲਾ ਤਾਰਾ ਤੋਂ ਬਾਅਦ ਜਦੋਂ ਕੁਝ ਮੁੰਡੇ ਦਰਬਾਰ ਸਾਹਿਬ ਕੰਪਲੈਕਸ ਬੈਠੇ ਗਰਾਈਆਂ ਕਰਨੀ ਸ਼ੁਰੂ ਕੀਤੀਆਂ ਸੀਗੀਆਂ
ਇਹ ਮੈਂ ਨਹੀਂ ਕਹਿ ਰਿਹਾ, ਬਕਾਇਦਾ ਤੌਰ ਤੇ ਖਾਲੜਾ ਮਿਸ਼ਨ ਕਮੇਟੀ ਨੇ ਇੱਕ ਚੁਰਕੀ ਕੱਢੀ ਸੀਗੀ, ਅੱਜ ਹੀ ਮੇਰੇ ਕੋਲ ਪਈ, ਉਹ 'ਚ ਕਿਹਾ ਵੀ ਵਜੀਤ ਦੋਭਾਲ ਉਹਦੇ ਵਿੱਚ ਆਉਂਦਾ ਸੀ ਬਣ ਕੇ, ਮੈਂ ਪਾਕਿਸਤਾਨ ਆਰਮੀ ਦਾ ਕਰਨਲ ਨਾ ਤੁਹਾਡੀ ਸਪੋਰਟ ਵਾਸਤੇ ਆਇਆ। ਉਦੋਂ ਇਹ ਆਈਬੀ 'ਚ ਆਈਜੀ ਸੀ, ਉਹਦੇ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ। ਤੁਸੀਂ ਹੁਣ ਇਹ ਸੋਚੋ ਵੀ ਪਿੱਛੇ ਇਸ ਵੇਲੇ ਦਿਮਾਗ ਕਿਹਦਾ ਚੱਲ ਰਿਹਾ ਆਮ ਆਦਮੀ ਪਾਰਟੀ ਦੇ, ਇਹ ਸਭ ਨੂੰ ਪਤਾ ਲੱਗ ਗਿਆ। ਦੂਸਰੀ ਗੱਲ, ਉਹ ਕਹਿੰਦੇ 22 ਲੱਖ ਸਾਨੂੰ, ਮੈਂ ਕਹਿੰਦਾ ਵੀ ਚਲੋ 22 ਲੱਖ ਹੀ ਲਾ ਲਓ ਤੁਸੀਂ, ਮੈਂ ਕਹਿੰਦਾ 22 ਲੱਖ ਕਾਲਾਂ ਆਈਆਂ ਹੋਣਗੀਆਂ। ਕੀ 22 ਲੱਖ ਲੋਕਾਂ ਨੇ ਕੀਤੀਆਂ ਕਿ 5000 ਲੋਕਾਂ ਨੇ ਕੀਤੀਆਂ ਨੇ? ਬਾਰ-ਬਾਰ ਇੱਕ ਬੰਦਾ 10-10 20-30 ਕਾਲਾਂ ਕਰੀ ਜਾਂਦਾ। ਫਿਰ ਉਹ ਕਿਸੇ ਵੀ ਕੰਪਨੀ ਨੇ, ਨਾ ਉਹ ਕਨੈਕਟ ਨੇ, ਨਾ ਉਹਨੇ BSN ਨੇ, ਨਾ ਕਿਸੇ ਨੇ ਉਹਨੂੰ ਦੱਸਿਆ ਵੀ ਇਹ ਕਿੰਨੀਆਂ ਕਾਲਾਂ ਆਈਆਂ ਨੇ। ਇਹ ਇਹਨਾਂ ਦੇ ਸ਼ਬਦ ਇੰਨੀਆਂ ਕਾਲਾਂ ਆਈਆਂ ਨੇ। ਇਸ ਕਰਕੇ ਸਿੱਧੂ ਸਾਹਿਬ ਜੋ ਮਰਜ਼ੀ ਕਰੋ, ਕਾਲਾਂ ਭਾਵੇਂ ਆਈਆਂ ਹੁਣ, ਤੇ ਮੈਂ ਉਸ ਦਿਨ ਇਹ ਗੱਲ ਕਹੀ ਸੀ, ਜੇ 22 ਲੱਖ ਜਿਹੜੇ ਸਪੋਰਟਰ ਪੰਜਾਬ ਦੇ ਵਿੱਚ ਹੈਗੇ ਆ ਕੇਜਰੀਵਾਲ ਦੀ, ਤੇ ਫਿਰ ਕੇਜਰੀਵਾਲ ਦੀ ਸਰਕਾਰ ਬਣ ਤੋਂ ਕੋਈ ਰੋਕ ਨਹੀਂ ਸਕਦਾ। 22 ਲੱਖ ਬੜੀ ਵੱਡੀ ਗਿਣਤੀ ਹੁੰਦੀ, ਛੋਟੀ ਗਿਣਤੀ ਨਹੀਂ ਹੁੰਦੀ ਕੋਈ। ਇਹ ਹੁਣ ਕਹਿੰਦੇ ਜੀ 15 ਲੱਖ ਬਕਾਇਦਾ ਤੌਰ ਤੇ ਜਿਹੜੇ ਸੀ ਉਹ ਸਾਡੇ ਜਿਹੜੇ ਭਗਵੰਤ ਮਾਨ ਉਹਨਾਂ ਦੇ ਹੱਕ ਚਾਹੀਏ ਨੇ, ਕੁਝ ਮੇਰੇ ਹੱਕ ਚਾਹੀਏ ਨੇ, ਕੁਝ ਸਿੱਧੂ ਦੇ ਹੱਕ ਚਾਹੀਏ ਨੇ। ਕਿਉਂਕਿ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਨੇ ਇੰਨੀ ਗੱਲ ਕਹੀ ਸੀ ਵੀ ਤੁਸੀਂ ਕਿਸੇ ਵੀ ਲੀਡਰ ਦਾ, ਕਿਸੇ ਵੀ ਵਿਅਕਤੀ ਦਾ ਨਾਂ ਲੈ ਸਕਦੇ ਹੋ, ਉਹਦਾ ਨਾਂ ਲਿਖ ਕੇ ਦਿਓ, ਤੁਸੀਂ ਉਹਦਾ ਨਾਂ ਬੋਲ ਸਕਦੇ ਹੋ। ਉਹਦੇ ਵਿੱਚ ਕਈ ਸਿੱਧੂ ਨੇ ਵੀ ਗੱਲ ਕੀਤੀ, ਤੇ ਕੇਜਰੀਵਾਲ ਨੇ ਕਿਹਾ ਸੀ ਵੀ ਜੇ ਕਿਤੇ ਉਹਦੇ ਹੱਕ 'ਚ ਕਾਲਾਂ ਵੱਧ ਹੋਣਗੀਆਂ ਤੇ ਭਗਵੰਤ ਮਾਨ ਆਪ ਜਾ ਕੇ ਬਕਾਇਦਾ ਤੌਰ ਤੇ ਉਹਨੂੰ ਮਨਾ ਕੇ ਲੈ ਕੇ ਆਊਗਾ। ਮੇਰਾ ਕਹਿਣ ਤੋਂ ਭਾਵ ਸਿਰਫ ਇਹ ਆ ਵੀ ਇੰਨੀਆਂ ਕਾਲਾਂ ਵਾਕਈ ਨਹੀਂ ਆ ਸਕਦੀਆਂ। ਜੇ ਇੰਨੀਆਂ ਕਾਲਾਂ ਆਈਆਂ ਤੇ ਫਿਰ ਕੇਜਰੀਵਾਲ ਸਮਝੇ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਣ ਗਿਆ, ਸਰਕਾਰ ਬਣ ਗਈ ਉਹਨਾਂ ਦੀ। ਪਰ ਇਹ ਸੰਭਵ ਨਹੀਂ ਜੋ ਗਰਾਊਂਡ ਲੈਵਲ ਤੇ ਆ। ਸਿੱਧੂ ਸਾਹਿਬ ਕਹਿੰਦੇ ਆ 5700 ਤੋਂ ਵੱਧ ਕਾਲਾਂ ਨਹੀਂ ਆ ਸਕਦੀਆਂ। ਮੈਂ ਇਹਦੇ ਨਾਲ ਵੀ ਸਹਿਮਤ ਨਹੀਂ। ਮੈਂ ਕਹਿੰਦਾ ਕਾਲਾਂ ਆ ਸਕਦੀਆਂ। ਕੀ ਇੱਕ ਵਿਅਕਤੀ ਨੇ ਇੱਕ ਕਾਲ ਕੀਤੀ ਕਿ ਇੱਕ ਵਿਅਕਤੀ 20 ਕਾਲਾਂ ਕੀਤੀਆਂ? ਵੇਖਣ ਵਾਲੀ ਚੀਜ਼ ਇਹ ਹੈ ਜੀ। ਪੱਟੀ ਜੀ, ਇੱਕ ਚੀਜ਼ ਹੋਰ ਹੈ ਕਿ ਹੁਣ ਇੰਨੀਆਂ ਕਾਲਾਂ ਆਈਆਂ, ਇੰਨਾ ਸਾਰਾ ਕੁਝ, ਹਾਲੇ ਤਾਂ ਨਾਲੇ ਦਿਨ ਹੀ ਸਿਰਫ 4 ਸੀ। ਅਗਰ ਆਪਾਂ ਕੇਜਰੀਵਾਲ ਜੀ ਦੀ ਗੱਲ ਮੰਨੀਏ ਕਿ ਜੇ ਇੰਨਾ, ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਜੇ ਇੰਨੀਆਂ ਹੀ ਕਾਲਾਂ ਆਈਆਂ ਫਿਰ ਤਾਂ ਸਰਕਾਰ ਬਣਨ ਨੂੰ ਕੋਈ ਨਹੀਂ ਰੋਕ ਸਕਦਾ। ਤੇ ਜੇ ਇਹੀ ਨੰਬਰ 15 ਦਿਨ ਚਲਾ ਦਿੰਦੇ ਤਾਂ ਮੇਰੇ ਹਿਸਾਬ ਨਾਲ ਤਾਂ ਸ਼ਾਇਦ ਜਿੰਨੀ ਪੰਜਾਬ ਦੀ ਜਨਸੰਖਿਆ ਹੈ 3 ਕਰੋੜ 3.5 ਕਰੋੜ, ਉਸ ਤੋਂ ਵੀ ਜ਼ਿਆਦਾ ਕਾਲਾਂ ਆ ਸਕਦੀਆਂ ਸੀਗੀਆਂ। ਤੇ ਫਿਰ ਇਹ ਕਿਹਾ ਜਾਂਦਾ ਕਿ ਸ਼ਾਇਦ ਇਹ ਦਿੱਲੀ ਤੋਂ ਆਈਆਂ ਤੇ ਬਾਕੀ ਕਿਤੋਂ ਵੀ ਆਈਆਂ ਹੋਈਆਂ। 2.98 ਕਰੋੜ 2.98 ਮਤਲਬ 2 ਕਰੋੜ 98 ਲੱਖ ਜਿਹੜੀ ਆ ਪੰਜਾਬ ਦੀ ਪਾਪੂਲੇਸ਼ਨ ਆ, ਜਿਹਦੇ ਵਿੱਚ 2 ਕਰੋੜ 11 ਲੱਖ ਵੋਟ ਆ ਜਿਹੜੀ ਬਣੀ ਗਈ ਇਤਕੀ, ਜਿਹਦੇ ਵਿੱਚੋਂ 48% ਔਰਤਾਂ ਦੀਆਂ ਤੇ ਬਾਕੀ ਜਿਹੜੀਆਂ 52% ਮਰਦਾਂ ਦੀਆਂ ਵੋਟਾਂ ਨੇ। ਤੇ ਜਿਹਦੇ ਵਿੱਚੋਂ ਮੇਰੇ ਖਿਆਲ ਮੈਕਸਿਮਮ ਪੋਲ ਜਿਹੜੀ ਆ 1 ਕਰੋੜ 70 ਲੱਖ ਤੋਂ ਵੱਧ ਪੋਲ ਨਹੀਂ ਹੋਣੀ। ਮੈਕਸਿਮਮ ਇਹ ਨਹੀਂ ਪੋਲ ਹੋਣੀ, ਵੱਧ ਨਹੀਂ ਪੋਲ ਹੋਣੀ ਉਹਦੇ 'ਚ। ਇਸ ਕਰਕੇ 22 ਲੱਖ ਦਾ ਮਤਲਬ ਹੈ ਜਿਸ ਤਰੀਕੇ ਨਾਲ ਇਤਕੀ ਉਮੀਦਵਾਰ ਆ ਗਏ, 4-4 5-5 ਉਮੀਦਵਾਰ ਆ ਗਏ, 5 ਤਰ੍ਹਾਂ ਇਕੱਠੀਆਂ ਹੋ ਗਈਆਂ ਨੇ। ਜਿਹੜਾ ਵੀ ਉਮੀਦਵਾਰ 25 ਤੋਂ ਲੈ ਕੇ 30,000 ਵੋਟ ਲੈ ਗਿਆ ਉਹ MLA ਬਣ ਗਿਆ। ਇਹ ਹਾਲਾਤ ਹੋ ਰਹੇ ਆ ਕੁਝ ਸੀਟਾਂ ਦੇ ਉੱਤੇ। ਇਸ ਕਰਕੇ ਕੇਜਰੀਵਾਲ ਸਾਹਿਬ ਜੋ ਮਰਜ਼ੀ ਕਹੀ ਜਾਣ, ਸਿੱਧੂ ਸਾਹਿਬ ਜੋ ਮਰਜ਼ੀ ਕਹੀ ਜਾਣ, ਐਤਕੀ ਜਿਹੜਾ ਵਾ ਹਾਲਾਤ ਕੁਝ ਟੇਢੇ ਮੇਢੇ ਨੇ। ਪਤਾ ਨਹੀਂ ਰਿਜ਼ਲਟ ਕੀ ਆਉਣੇ, ਲੇਕਿਨ ਫਿਰ ਵੀ ਆਪਾਂ ਇਹ 1 ਫਰਵਰੀ ਤੋਂ ਬਾਅਦ ਡਿਸਕਸ ਕਰਾਂਗੇ ਕਿ ਹਾਲਾਤ ਕਿੱਦਾਂ ਦੇ ਬਣ ਰਹੇ, ਕਿਹੜੇ ਪਾਸੇ ਜਾ ਰਹੇ ਨੇ। ਅੱਜ ਦੀ ਡੇਟ ਵਿੱਚ ਨੈਸ਼ਨਲ ਮੀਡੀਆ ਪੂਰਾ ਤੁਲਿਆ ਪਿਆ, ਕਹਿ ਰਿਹਾ ਜੀ 1 ਨੰਬਰ ਤੇ ਕੇਜਰੀਵਾਲ, 1 ਨੰਬਰ ਤੇ ਆਮ ਆਦਮੀ ਪਾਰਟੀ। ਪਤਾ ਉਦੋਂ ਲੱਗੇਗਾ ਜਿੱਦਾਂ ਤੁਸੀਂ 100 ਸੀਟਾਂ ਦੀ ਗੱਲ ਕਰਦੇ ਤੇ 20 ਮਿਲੀਆਂ ਸੀ, ਅੱਜ ਤੁਸੀਂ 40 ਸੀਟਾਂ ਦੀ ਗੱਲ ਕਰਦੇ, ਕਿੰਨੀਆਂ ਮਿਲਣ ਲੱਗੀਆਂ ਜੀ। ਬਿਲਕੁਲ ਪੱਟੀ ਜੀ, ਇੱਧਰ ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ਤੇ ਸੀ ਕੇਜਰੀਵਾਲ, ਤੇ ਉੱਧਰ ਨਵਜੋਤ ਸਿੰਘ ਸਿੱਧੂ ਵੀ ਕਿਸੇ ਦੇ ਨਿਸ਼ਾਨੇ ਤੇ ਸੀ। ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਕੈਪਟਨ ਸਾਹਿਬ ਪਹੁੰਚੇ ਦਿੱਲੀ ਤੇ ਉਧਰੋਂ ਢੀਂਡਸਾ ਸਾਹਿਬ ਵੀ ਦਿੱਲੀ ਪਹੁੰਚੇ ਹੋਏ ਸੀ। ਤੇ ਅੱਜ ਇੱਕੋ ਸਟੇਜ ਤੇ BJP ਦੇ ਆਫਿਸ ਤੋਂ, ਦਫ਼ਤਰ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ। NDA ਪੰਜਾਬ ਦਾ ਨਾਮ ਦਿੱਤਾ ਗਿਆ।
ਆਪਣੇ ਆਪਣੇ ਮੈਨੀਫੈਸਟੋ ਲੈ ਕੇ ਗਏ ਸੀਗੇ ਤੇ ਹੁਣ ਇੱਕ ਸਾਂਝਾ ਮੈਨੀਫੈਸਟੋ ਤਿਆਰ ਹੋਏਗਾ ਜਿਹੜਾ ਕਿ ਜਲਦੀ ਪੇਸ਼ ਹੋਏਗਾ। ਪਹਿਲਾਂ ਉਹ ਦੇਖਦੇ ਹਾਂ ਇਹ ਪ੍ਰੈਸ ਕਾਨਫਰੰਸ 'ਚ ਕੀ ਕੁਝ ਹੋਇਆ ਤੇ ਫਿਰ ਖਾਸ ਕੀ ਹੋਇਆ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗਾ। भारतीय जनता पार्टी 117 सीटों में 65 सीट्स भारतीय जनता पार्टी लड़ेगी। हमारे पंजाब लोक कांग्रेस कैप्टन अमरिंदर सिंह जी के नेतृत्व में 37 सीट्स लड़ेंगी और 15 सीट्स संयुक्त अकाली दल ढींसा जी के नेतृत्व में लड़ा जाएगा। हमारे लिए पंजाब स्टेट एक बॉर्डर स्टेट है और बॉर्डर स्टेट के साथ साथ यह देश की सुरक्षा से जुड़ा हुआ प्रदेश है और देश के महत्वपूर्ण सुरक्षा के विषय के लिए पंजाब का स्टेबल रहना और मजबूत सरकार बनना यह देश की आवश्यकता है, यह प्रदेश की आवश्यकता है। लगभग 600 किलोमीटर का बॉर्डर हमारा पाकिस्तान के साथ लगता है। राइट फ्रॉम पठानकोट टू फाजिलका 600 लॉन्ग किलोमीटर्स का बॉर्डर हमारा पंजाब का पाकिस्तान के साथ लगता है और हमें मालूम है कि पाकिस्तान की हरकतें वेस्ट से हमारे देश के लिए किस तरीके के रहे हैं वो भी हम सबको। I remember that there was a time which used to come when we used to give there used to be these drone people going across the rivers dropping off whatever they had to drop. Then there was these wires which were put up where people used to go tunnel under the wires and give all these weapons and whatever. And let me tell you, and I'm not saying this for any other reason, this has been my stand from the very beginning, that the amount of weaponry that has come in, what the President has mentioned, perhaps he has mentioned too little. I can tell you that I have had, in the course of my last 4.5 years of being Chief Minister of Punjab, I have had at least 100,000 rifles, nearly 1,000 rifles, about 500 pistols. I've had RDX. I have had ammunition, perhaps 1 lakh rounds of ammunition. I have had everything under the sun, including drones. Now, drones we used to come at one time and make these drops. And this was last year when we started, just before the COVID period. That was the time when it used to come. That is just about 2 months before I was given the sack. And that 20th of July, the delivery of those weapons went up to 31 kilometers. Now 31 kilometers, and then you have a scenario developing when the technology is improving. You've got drones coming in which can take a higher payload. It can take a higher distance it can cover, and it was quite apparent to us that this was only a beginning. And we were eventually going to go up to 50 kilometers, 60 kilometers, 70 kilometers, and whatever it else may do. And when that happens, what is the purpose? After all, when a person delivers something, it is for a purpose. It is for weaponizing some place, for using it for some purpose, and for seeing that it is used in some nefarious activity which Pakistan wanted to do. And this is what was concerning us. And I told the people when they came into the Vidhan Sabha and they made a big row about it, कि 50,000. खैर कैप्टन साहब उत्थे प्रैस कॉन्फ्रेंस अज कर रहे सी, JP नड्डा जी उत्थे मौजूद सीगे। ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਜਿਹੜੀ ਮੁੱਦੇ ਅੱਜ ਹੋਏ ਨੇ, ਹੁਣ ਉਹ ਸੁਣਾਉਣਾ ਤੁਹਾਨੂੰ ਕੀ ਨਿਸ਼ਾਨੇ ਉਹਨਾਂ ਨੇ ਸਾਦੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਨੂੰ ਲੈ ਕੇ ਅਕਸਰ ਉਹ ਬੋਲਦੇ ਰਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦਾ ਕਨੈਕਸ਼ਨ, ਅੱਜ ਵੀ ਉਹੀ ਸਾਰੀਆਂ ਚੀਜ਼ਾਂ ਦੁਬਾਰਾ ਉਹਨਾਂ ਨੇ ਦੁਹਰਾਈਆਂ। ਆਓ ਸੁਣਦੇ ਹਾਂ ਪਹਿਲਾਂ ਉਹਨਾਂ ਨੇ ਕੀ ਕੁਝ ਬੋਲਿਆ ਇਸੇ ਪ੍ਰੈਸ ਕਾਨਫਰੰਸ। Firstly, let me tell you, I removed Mr. Sidhu from the job because the man was totally incompetent, incapable, and totally useless in his job. He was looking after local self-government. 70 दिन के लिए उसने एक फाइल नहीं पूरी की थी, तो मैंने उसको बुलाया 2-3 बार और मैंने कहा तू अगर ऐसे काम करेगा तो जा कहीं और यू कैन, आई कैन गिव यू पावर, यू वांट पावर, यू कैन टेक इट,
He said, I don't want power. I said, then you leave my government. I don't want you in my government. ये हुआ. फिर मुझे कुछ I think it was about 2-3 weeks or 4 weeks later or something like that, I get a message from somebody we know. He knows and I know. And उसे उन्होंने रिक्वेस्ट की है कि अगर सिद्धू को आप अपने गवर्नमेंट में ले सकते हो तो ले लो, और अगर काम नहीं करेगा निकाल देना. ये मैसेज था मेरे लिए मेरा. अगर मिस्टर सिद्धू काम नहीं करेगा तो निकाल देना. मैं और कहाँ से, पाकिस्तान की बात कर रहा हूँ. आई एम टेलिंग अबाउट पाकिस्तान. पाकिस्तान से मैसेज ये आया मुझे कि द प्राइम मिनिस्टर हैज़ सेंट अ रिक्वेस्ट कि इफ़ यू कैन टेक सिद्धू इनटू योर कैबिनेट आई विल बी ग्रेटफुल. ही इज़ एन ओल्ड फ्रेंड ऑफ माइन. और अगर आप अगर वो काम नहीं करेगा तो उसको निकाल देना. ਤੁਸੀਂ ਦੇਖਿਆ ਕਿ ਸਿੱਧੇ ਆਰੋਪ ਕਿ ਪ੍ਰਾਈਮ ਮਿਨਿਸਟਰ ਪਾਕਿਸਤਾਨ ਤੋਂ ਉੱਥੋਂ ਸਿੱਧਾ ਕੈਪਟਨ ਸਾਹਿਬ ਨੂੰ ਫੋਨ ਆਉਂਦਾ ਹੈ ਕਿ ਸਿੱਧੂ ਨੂੰ ਰੱਖ ਲਓ. ਜਦੋਂ ਇਹ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਤੋਂ ਕੱਢ ਦਿੰਦੇ ਨੇ ਕਿ ਉਹਨੂੰ ਰੱਖ ਲਓ, ਕੰਮ ਨਹੀਂ ਕਰਦਾ ਤਾਂ ਕੱਢ ਦੇਣਾ. ਪੱਟੀ ਜੀ, ਸਿੱਧਾ ਨਾਮ ਵੀ ਸਿੱਧਾ, ਫੋਨ ਜਿਹਨੇ ਕੀਤਾ ਉਹਦਾ ਵੀ ਨਾਮ ਸਿੱਧਾ, ਕਿੰਦੇ ਬਾਰੇ ਕੀਤਾ ਉਹਦਾ ਵੀ ਨਾਮ ਸਿੱਧਾ. ਕਿਵੇਂ ਦੇਖੋਗੇ ਇਹਨੂੰ? ਪਹਿਲੀ ਗੱਲ ਤੇ ਮੈਂ ਸਪਸ਼ਟ ਕਰ ਦਿਆਂ ਕਿ ਸਿੱਧੂ ਨੂੰ ਕੈਬਨਿਟ ਚੋਂ ਕੱਢਿਆ ਨਹੀਂ ਗਿਆ ਸੀ. ਉਹਦੇ ਕੋਲ ਲੋਕਲ ਬਾਡੀ ਦਾ ਮਹਿਕਮਾ ਸੀ, ਉਹ ਖੋ ਕੇ ਉਹਨੂੰ ਜਿਹੜਾ ਸੀ ਬਿਜਲੀ ਦਾ ਮਹਿਕਮਾ ਦੇ ਦਿੱਤਾ ਸੀ. ਔਰ ਬਿਜਲੀ ਦਾ ਮਹਿਕਮਾ ਨੇ ਜੁਆਇਨ ਨਹੀਂ ਕੀਤਾ. ਉਹਦੇ ਕਾਰਨ ਕੀ ਸੀ ਮੈਂ ਵੀ ਤੁਹਾਨੂੰ ਦੱਸਣ ਲੱਗਾ ਹੁਣ. ਪਹਿਲੀ ਗੱਲ ਤੇ ਉਹ ਕਹਿੰਦਾ ਸੀ ਲੋਕਲ ਬਾਡੀ 'ਚ ਦੱਸੋ ਮੈਂ ਗਲਤ ਕੀ ਕੀਤਾ, ਮੈਂ ਸੁਧਾਰ ਕੀਤੇ, ਇਹ ਸੁਧਾਰ ਕੀਤਾ, ਉਹ ਸੁਧਾਰ ਕੀਤਾ, ਫਿਰ ਮੇਰੇ ਤੋਂ ਮਹਿਕਮਾ ਖੋਏ ਕਿਉਂ ਗਿਆ. ਦੂਸਰੀ ਚੀਜ਼, ਬਿਜਲੀ ਦਾ ਮਹਿਕਮਾ ਬਕਾਇਦਾ ਤੌਰ ਤੇ ਦਿੱਤਾ ਕਿਉਂ ਗਿਆ ਸੀਗਾ? ਬਿਜਲੀ ਦਾ ਮਹਿਕਮਾ ਦੇ ਦਿਓ ਤੇ ਜਿੰਨੀਆਂ ਪਾਵਰ ਉੱਥੇ ਬਿਜਲੀ ਦੇ ਚੇਅਰਮੈਨ ਕੋਲ ਹੁੰਦੀਆਂ ਉਹਦੀਆਂ ਕਿਸੇ ਕੋਲ ਵੀ ਹੁੰਦੀਆਂ. ਉਹ ਚੇਅਰਮੈਨ ਸਿੱਧਾ ਮੁੱਖ ਮੰਤਰੀ ਜਵਾਬ ਦੇ ਜਾਂ ਮੰਤਰੀ ਹੁੰਦਾ, ਉਹ ਸਿਰਫ ਵਿੱਚ ਲਟਕਾ ਰਹਿੰਦਾ ਉੱਦਾਂ ਹੀ, ਕੋਈ ਕੰਮ ਨਹੀਂ ਹੁੰਦਾ. ਅਗਲੀ ਗੱਲ, ਜੇ ਕਿਤੇ ਨਵਜੋਤ ਸਿੰਘ ਸਿੱਧੂ ਬਕਾਇਦਾ ਤੌਰ ਤੇ ਬਿਜਲੀ ਦਾ ਮਹਿਕਮਾ ਲੈ ਲੈਂਦਾ ਤੇ ਜਿਹੜੀ ਅਕਾਲੀ ਦਲ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੇ ਪੱਕਾ ਮੋਰਚਾ ਲਗਾ ਦੇਣਾ ਸਿੱਧੂ ਦੇ ਘਰ ਦੇ ਬਾਹਰ, ਜਿਹਦੇ ਕਰਕੇ ਬਕਾਇਦਾ ਤੌਰ ਤੇ ਸਿੱਧੂ ਨੇ ਅਵਾਇਡ ਕੀਤਾ. ਸਿੱਧੂ ਨੂੰ ਤਾਂ ਕੱਢਿਆ ਹੀ ਨਹੀਂ. ਤੁਸੀਂ ਕੱਢਿਆ ਹੁੰਦਾ ਤਾਂ ਵੀ ਜਦੋਂ ਤੁਸੀਂ ਉਹਨੂੰ ਬਿਜਲੀ ਮਹਿਕਮਾ ਦਾ ਉਹ ਨਾ ਬਣਾਉਂਦੇ, ਕੱਢਿਆ ਨਹੀਂ ਉਹਨੂੰ ਹੈਗਾ. ਪਹਿਲੀ ਗੱਲ ਤੇ ਕੈਪਟਨ ਸਾਹਿਬ ਇੱਥੇ ਭੁੱਲ ਕਰ ਗਏ ਕਿ ਉਹਨਾਂ ਕੱਢਿਆ ਉਹਨੂੰ. ਦੂਸਰੀ ਚੀਜ਼, ਜਿਹੜੇ ਇਮਰਾਨ ਖਾਨ ਦੇ ਉੱਤੇ ਕਈ ਇਲਜ਼ਾਮ ਲਾਉਂਦੇ ਰਹੇ, ਦੋਸ਼ ਲਾਉਂਦੇ ਰਹੇ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਵੇਖੋ ਜੀ ਇਹ ਲਾਂਘੇ ਦੀ ਗੱਲ ਕਰਦੇ ਆ, ਸਾਡੇ ਫੌਜੀ ਮਰ ਰਹੇ, ਕਸ਼ਮੀਰ 'ਚ ਮਰ ਰਹੇ ਆ, ਬਾਰਡਰ ਤੇ ਮਰ ਰਹੇ, ਪਾਕਿਸਤਾਨ ਮਾਰ ਰਿਹਾ, ਫਲਾਣਾ ਮਾਰ ਰਿਹਾ. ਉਹ ਇੱਕ ਜੰਗ ਆ, ਜੰਗ ਦੇ ਵਿੱਚ ਦੋਵਾਂ ਤਰ੍ਹਾਂ ਦਾ ਨੁਕਸਾਨ ਹੁੰਦਾ. ਜਿਹੜੇ ਵਿਅਕਤੀ ਤੁਸੀਂ ਦੋਸ਼ ਲਾਓਗੇ ਉਹ ਤੁਹਾਨੂੰ ਫੋਨ ਕਰੂਗਾ ਭਾਈ ਸਿੱਧੂ ਨੂੰ ਰੱਖ ਲਓ. ਤੁਸੀਂ ਕਿਉਂ ਕਹੂਗਾ? ਅਗਲੀ ਗੱਲ, ਸਿੱਧੂ ਸਾਹਿਬ ਨੂੰ ਤੁਸੀਂ ਲੈਣ ਵਾਸਤੇ ਤਿਆਰ ਨਹੀਂ ਸੀ ਅੱਗੇ ਕਾਂਗਰਸ ਦੇ ਵਿੱਚ. ਸਿੱਧੂ ਤੇ ਮਨਪ੍ਰੀਤ ਦੋ ਅਜਿਹੇ ਵਿਅਕਤੀ ਸੀ ਜਿਹੜੇ ਬਾਈ 에ਅਰ ਦਿੱਲੀੋਂ ਆਏ ਸੀਗੇ, ਪੈਰਾਸ਼ੂਟਾਂ ਹੀ ਉਤਰੇ ਸੀਗੇ. ਤੁਹਾਡੀ ਮਜਬੂਰੀ ਬਣ ਗਈ ਸੀ. ਤੁਹਾਨੂੰ ਉਦੋਂ ਹੀ ਮਹਿਸੂਸ ਹੁੰਦਾ ਸੀ ਵੀ ਜੇ ਸਿੱਧੂ ਆ ਗਿਆ ਤੇ ਮੇਰੀਆਂ ਜੜ੍ਹਾਂ ਜ਼ਰੂਰ ਵੱਢੂਗਾ ਤਾਂ ਉਹਨੇ ਵੱਢੀਆਂ. ਹੁਣ ਤੁਸੀਂ ਦੋਸ਼ ਲਾ ਰਹੇ ਹੋ, ਤੁਸੀਂ ਉਦੋਂ ਕੋਈ ਨਹੀਂ ਕਿਹਾ ਜੀ. ਤੁਸੀਂ ਉਦੋਂ ਕਹਿੰਦੇ ਹੋ, ਪ੍ਰੈਸ ਕਾਨਫਰੰਸ ਕਰਦੇ ਹੋ ਮੈਨੂੰ ਵਿਦੇਸ਼ ਤੋਂ ਫੋਨ ਆ ਰਹੇ, ਦੇ ਕਨੈਕਸ਼ਨ ਜਿਹੜੇ ਪਾਕਿਸਤਾਨ ਕਿਉਂ ਹੈਗੇ, ਸਿੱਧੂ ਦੀ ਜਾਂਚ ਕੀਤੀ ਜਾਵੇ, ਉਦੋਂ ਕਹਿੰਦੇ ਹੋ ਤੁਸੀਂ. ਅੱਜ ਕਿਉਂ ਕਹਿ ਰਹੇ ਹੋ? ਸਹੀ ਕਿਹਾ. ਅੱਜ ਤੁਹਾਡੀਆਂ ਉਹਨੇ ਕਾਟਾ ਬੋ ਕਰ ਦਿੱਤਾ ਵਾ ਤਾਂ ਤੁਸੀਂ ਕਹਿ ਰਹੇ ਹੋ. ਉਦੋਂ ਕਹਿੰਦੇ ਹੋ ਤਾਂ ਤੁਹਾਡਾ ਕੈਪਟਨ ਸਾਹਿਬ ਕੋਈ ਮੁੱਲ ਪੈਂਦਾ, ਤੁਹਾਡਾ ਕੋਈ ਮੁੱਲ ਨਹੀਂ, ਜੋ ਮਰਜ਼ੀ ਤੁਸੀਂ ਕਹੀ ਜਾਓ, ਕੋਈ ਫਰਕ ਨਹੀਂ ਪੈਂਦਾ. ਔਰ ਤੁਹਾਨੂੰ ਇਮਰਾਨ ਖਾਨ ਜੇ ਫੋਨ ਕੀਤਾ ਕਿਸੇ ਦੇ ਬੰਦੇ ਨੇ ਇਮਰਾਨ ਖਾਨ ਦਾ ਨਾਮ ਲੈ ਕੇ, ਉਹ ਕੌਣ ਆ ਉਹ ਤੁਸੀਂ ਬਿਹਤਰ ਜਾਣਦੇ ਹੋ. ਇਮਰਾਨ ਖਾਨ ਦਾ ਤੁਸੀਂ ਕਹਤਾ ਮੈਨੂੰ ਪਾਕਿਸਤਾਨ ਤੋਂ ਫੋਨ ਆਇਆ ਸੀ, ਕਿਉਂ ਕਰਾਊਗਾ? ਜੇ ਤੁਹਾਨੂੰ ਫੋਨ ਕਰੂਗਾ ਸੋਨੀਆ ਗਾਂਧੀ ਤੋਂ ਕਰਾਊਗਾ, ਰਾਹੁਲ ਗਾਂਧੀ ਤੋਂ ਕਰਾਊਗਾ, ਪ੍ਰਿੰਕਾ ਗਾਂਧੀ ਤੋਂ ਜਿੱਤ ਪਹੁੰਚੇਗੀ ਉੱਥੇ ਤੱਕ ਜੀ. ਬਿਲਕੁਲ ਭੱਟੀ ਸਾਹਿਬ, ਤੁਸੀਂ ਇਹ ਗੱਲ ਬੜੀ ਸਹੀ ਕਹੀ ਹੈ ਵੀ ਜੇ ਫੋਨ ਹੀ ਕਰਵਾਉਣਾ ਹੁੰਦਾ ਤਾਂ ਸਿੱਧਾ ਹਾਈ ਕਮਾਂਡ ਤੋਂ ਹੀ ਕਰਾਂਦਾ, ਜਿਹਦੇ ਇਸ਼ਾਰੇ ਤੇ ਸਭ ਕੁਝ ਹੋ ਵੀ ਸਕਦਾ ਸੀਗਾ. ਜੀ ਜੀ ਜੀ। ਖੈਰ, ਤੁਹਾਨੂੰ ਲੱਗਦਾ ਕਿ ਤੁਹਾਡੇ ਵਾਲੇ ਪਾਸੇ ਜੇ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦੀ ਇਸ ਟਾਈਮ ਕਿੰਨੀ ਕੁ ਪਕੜ ਹੈ ਉੱਥੇ? ਕੀ ਪਿਛਲੀ 2017
ਤੇ ਅੱਜ 2022 ਦੀਆਂ ਚੋਣਾਂ ਦੇ ਵਿੱਚ ਕੀ ਉੱਤਰਲੇ ਏਰੀਏ ਦੇ ਵਿੱਚ, ਕਿਉਂਕਿ ਪਿਛਲੀ ਵਾਰ ਡਿਸਾਈਡਿੰਗ ਫੈਕਟਰ ਰਹੇ ਸੀ ਨਵਜੋਤ ਸਿੰਘ ਸਿੱਧੂ, ਕੀ ਐਤਕੀ ਵੀ ਉਨੀ ਪਕੜ ਰੱਖ ਰਹੇ ਨੇ ਜਾਂ ਕਿਤੇ ਨਾ ਕਿਤੇ ਕਿਸੇ ਪਾਸੇ, ਕਿਉਂਕਿ ਹੁਣ ਚਾਹੇ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਕਲੇਸ਼ ਹੋ ਗਿਆ ਜਾਂ ਬਾਕੀ ਜਿਹੜੀਆਂ ਚੀਜ਼ਾਂ ਹੋ ਗਈਆਂ, ਤੁਹਾਨੂੰ ਲੱਗਦਾ ਕਿ ਕਿਤੇ ਉਹਨਾਂ ਦੇ ਇਸ ਕੱਦ ਦੇ ਵਿੱਚ ਹੁਣ ਥੋੜਾ ਕੰਟਰੋਲ ਘਟਿਆ? ਜਿਹੜੀ ਸਿੱਧੂ ਸਾਹਿਬ ਦੀ ਗੱਲ ਤੁਸੀਂ ਕੀਤੀ ਹੈ ਜੀ, ਸਾਡੇ ਕੋਲ ਸਿਆਸਤ ਦੇ ਵਿੱਚ 4-5 ਲੀਡਰ ਨੇ। ਪਹਿਲੀ ਗੱਲ ਮੈਂ ਕਹਿ ਦਿਆਂ ਵੀ ਜਿਹੜੀ ਇੰਦਰਾ ਗਾਂਧੀ ਸੀ ਉਹ ਕਾਮਯਾਬ ਕਿਉਂ ਸੀ ਸਿਆਸਤ ਦੇ ਵਿੱਚ? ਉਹ ਸੁਣਦੀ ਬਹੁਤਾ ਸੀ, ਬੋਲਦੀ ਘੱਟ ਸੀਗੀ। ਜਿਹੜਾ ਬੋਲਣ ਵਾਲਾ ਸੀ ਉਹਦੀ ਕਮਜ਼ੋਰੀ ਫੜਦੀ ਸੀ ਵੀ ਕਿੱਥੇ ਕਮਜ਼ੋਰ ਹੈ, ਇਹਨੂੰ ਫੜਨਾ ਕਿੱਥੋਂ, ਇਸ ਕਰਕੇ ਕਾਮਯਾਬ ਸੀ। ਤੇ ਸਾਡੇ 4-5 ਲੀਡਰ ਹੈਗੇ ਆ, ਇੱਕ ਤਾਂ ਸਿੱਧੂ ਸਾਹਿਬ ਲੈ ਲਓ, ਖਹਿਰਾ ਸਾਹਿਬ ਲੈ ਲਓ, ਭਗਵੰਤ ਮਾਨ ਲੈ ਲਓ, ਵੀਰ ਦਵਿੰਦਰ ਲੈ ਲਓ। ਇਹ ਸਾਡੇ ਕੁਝ ਇਹੋ ਜਿਹੇ ਲੀਡਰ ਨੇ, ਇਹਨਾਂ ਨੂੰ ਕਹਿ ਦਿੰਦੇ ਭਾਈ ਤੁਸੀਂ 5 ਮਿੰਟ ਚੁੱਪ ਕਰਕੇ ਬਹਿ ਜਾਓ, ਬੋਲਣਾ ਨਹੀਂ ਤੁਸੀਂ, ਤੇ 3 ਮਿੰਟ ਬਾਅਦ ਹੀ ਕਹਿਣਗੇ ਯਾਰ 5 ਮਿੰਟ 'ਚ ਹੋਏ ਨਹੀਂ। ਇਹ ਹਾਲਤ ਇਹਨਾਂ ਦੀ। ਵੇਖੋ ਸਿਆਸਤ ਦਾ ਇੱਕ ਅਸੂਲ ਆ, ਬੋਲੋ ਘੱਟ ਸੁਣੋ ਜ਼ਿਆਦਾ, ਕੰਮ ਦੀ ਗੱਲ ਕਰੋ, ਥੋੜੇ ਜਿਹੇ ਲਾਇਸੈਂਸ ਕਰੋ। ਸਿੱਧੂ ਸਾਹਿਬ ਪ੍ਰੋਜੈਕਟ ਲੈ ਕੇ ਆਉਂਦੇ ਆ, ਬੜੇ ਪ੍ਰੋਜੈਕਟ ਲਿਆਉਂਦੇ ਉਹਨਾਂ ਨੇ, ਆਹ ਪ੍ਰੋਜੈਕਟ ਲੈਂਦਾ, ਜੇ ਪ੍ਰੋਜੈਕਟ ਲੈਂਦਾ, ਉਹ ਪ੍ਰੋਜੈਕਟ ਲੈਂਦਾ। ਸਿੱਧੂ ਸਾਹਿਬ ਜਿਹੜੇ ਪ੍ਰੋਜੈਕਟ ਲਾਗੂ ਹੁੰਦੇ ਉਹ ਟੀਮ ਵਰਕ ਨਾਲ ਹੁੰਦੇ ਆ, ਉਹ ਕੱਲਾ ਬੰਦਾ ਕੋਈ ਲਾਗੂ ਨਹੀਂ ਕਰ, ਮੁੱਖ ਮੰਤਰੀ ਵੀ ਕੱਲਾ ਕਿਵੇਂ ਲਾਗੂ ਨਹੀਂ ਹੋ ਸਕਦੇ ਜਿੰਨੇ ਚ ਟੀਮ ਵਰਕ ਨਾ ਹੋਵੇ। ਮੈਂ ਤੁਹਾਨੂੰ ਥੋੜੀ ਇੱਕ ਐਗਜ਼ਾਮਪਲ ਦਿੰਦਾ। ਜਦੋਂ ਅਕਾਲੀ ਸਰਕਾਰ ਸੀ ਤੇ ਇਹਨਾਂ ਨੇ ਫੋਕਲ ਪੁਆਇੰਟ ਬਣਾਉਣ ਦੀ ਗੱਲ ਕੀਤੀ ਸੀ। ਬੇਸਿਕਲੀ ਫੋਕਲ ਪੁਆਇੰਟ ਨਹੀਂ, ਉਹ ਫੋਕਸ ਸੀਗਾ ਵੀ ਉਹ ਅਕਾਲੀਆਂ ਨੇ ਕਿਹਾ ਵੀ ਸਾਡੀ ਬਕਾਇਦਾ ਤੌਰ ਤੇ ਜਿਹੜੀ ਆ ਉਹ ਸ਼ਹਿਰਾਂ ਨਹੀਂ ਪਿੰਡਾਂ ਸਾਡਾ ਜਿਹੜਾ ਵਾ ਉਹ ਆਧਾਰ ਆ, ਅਸੀਂ ਪਿੰਡਾਂ ਨੂੰ ਫੋਕਸ ਕਰੀਏ। ਉਹ ਫੋਕਸ ਤੋਂ ਕੀਤਾ ਸੀ, ਫੋਕਲ ਪੁਆਇੰਟ ਹੋਇਆ ਸੀ। ਬਕਾਇਦਾ ਤੌਰ ਤੇ ਸਰਦਾਰ ਬਾਦਲ ਨੇ ਇੱਕ ਟੀਮ ਬਣਾਈ ਸੀ, ਜਿਸ ਟੀਮ ਦੇ ਇੰਚਾਰਜ ਤਤਕਾਲੀ ਵਿੱਤ ਮੰਤਰੀ ਸਰਦਾਰ ਬਲਵੰਤ ਸਿੰਘ ਸਨ। ਉਹ ਟੀਮ ਨੇ ਕੰਮ ਕੀਤਾ ਸੀ, ਇਕੱਲੇ ਮੁੱਖ ਮੰਤਰੀ ਨਹੀਂ ਕਰ ਸਕਦਾ ਕੋਈ ਵੀ। ਸਿੱਧੂ ਸਾਹਿਬ ਵੀ ਜਿੰਨਾ ਚਿਰ ਕੋਈ ਆਪਣੀ ਟੀਮ ਨਹੀਂ ਬਣਾਉਂਦੇ ਉਹਨਾਂ ਚਿਰ ਮਤ ਸੋਚਣ ਵੀ ਮੈਂ ਫਲਾਣਾ ਪ੍ਰੋਜੈਕਟ ਲਾ ਦੂੰ, ਮੈਂ ਮੁੱਖ ਮੰਤਰੀ ਬਣ ਕੇ ਆਹ ਕਰ ਲੂੰਗਾ, ਮੈਂ ਉਹ ਕਰੂੰ। ਤੁਹਾਨੂੰ 3 ਦਿਨ ਨਹੀਂ ਚੱਲਣਾ ਅਗਲਿਆਂ ਨੇ, ਚੌਥੇ ਦਿਨ ਹੀ ਬਗਾਵਤ ਕਰ ਦੇਣਗੇ ਤੁਹਾਡੇ ਐਮਐਲਏ ਤੁਹਾਡੇ ਖਿਲਾਫ। ਉਹ ਟੀਮ ਵਰਕ ਬਣਾਉਣਾ ਪਊ, ਲੋਕਾਂ ਨੂੰ ਕੰਮ ਲੈਣਾ ਪਊ, ਜਾ ਸਿੱਖੋ ਤੁਸੀਂ ਕਿੱਦਾਂ ਲੈਣਾ ਸੀ। ਜਿਹੜੀ ਸਿੱਧੂ ਸਾਹਿਬ ਦੀ ਗੱਲ ਤੁਸੀਂ ਕੀਤੀ, ਸਿੱਧੂ ਸਾਹਿਬ 'ਚ 100 ਨੁਕਸ ਹੋਣ, ਲੇਕਿਨ ਅੱਜ ਵੀ ਪੰਜਾਬ ਦੇ ਲੋਕ ਮਹਿਸੂਸ ਕਰਦੇ ਯਾਰ ਇਮਾਨਦਾਰ ਤਾਂ ਹੈ। ਉਹਦੇ ਤੇ ਸਿੱਧੂ ਤੇ ਤੁਸੀਂ ਕੋਈ ਇਲਜ਼ਾਮ ਨਹੀਂ ਲਾ ਸਕਦੇ ਵੀ ਇਹਨੇ ਖਾ ਲਿਆ, ਲੁੱਟ ਲਿਆ। ਉਹ ਸਿੱਧੂ ਅੱਜ ਤੱਕ ਮੈਨੂੰ ਇਹ ਵਿਖਾ ਦਿਓ ਕਦੀ ਕਿਸੇ ਪੋਲੀਟੀਸ਼ੀਅਨ ਨੇ ਆਪਣੀ ਜੇਬ 'ਚ ਕਿਸਾਨਾਂ ਨੂੰ ਪੈਸੇ ਦਿੱਤੇ? ਇਹ ਮੈਂਬਰ ਪਾਰਲੀਮੈਂਟ ਸੀ ਅੰਮ੍ਰਿਤਸਰ ਤੋਂ, ਬਕਾਇਦਾ ਤੌਰ ਤੇ ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਜਿਹੜੀ ਕਿਸਾਨਾਂ ਦੀ ਜਿਹੜੀ ਸੀ ਕਣਕ ਸੜ ਗਈ, ਉਹ ਜਾ ਕੇ ਗਿਆ ਕਹਿੰਦਾ ਵੀ ਜਿੰਨੇ ਸਰਕਾਰ ਪੈਸੇ ਦੇਊਗੀ ਉਹਨੇ ਤੁਹਾਨੂੰ ਆਪਣੀ ਜੇਬ 'ਚ ਦੇਊਗਾ। ਸਰਕਾਰ ਨੇ ਫੈਸਲਾ ਕਰਦਾ 30 ਲੱਖ ਕਿਸਾਨਾਂ ਨੇ, 30 ਲੱਖ ਸਰਕਾਰ ਨੇ ਦਿੱਤਾ ਉਹਦੀ ਪਤਾ ਹੈਗਾ, ਲੇਕਿਨ ਸਿੱਧੂ ਜਾ ਕੇ ਸਾਰਿਆਂ ਨੂੰ ਚੱਕ ਕੇ ਦੇ ਆਇਆ ਸੀ, ਚੁੱਕੋ ਜੀ ਪੈਸੇ ਦੀ। ਇਹੋ ਜਿਹਾ ਸਿੱਧੂ ਖਟਕੜ ਕਲਾਂ ਦੇ ਵਿੱਚ ਜਦੋਂ ਗਿਆ ਸਿੱਧੂ ਗਿਆ, ਉੱਥੇ ਕੁੰਡੀ ਲੱਗੀ ਸੀਗੀ, ਪੁੱਛਦੇ ਇੰਚਾਰਜ ਨੂੰ ਬਈ ਕੁੰਡੀ ਕੋ ਲਾਈ ਹੈ, ਕਹਿੰਦਾ ਜੀ ਬਿੱਲ ਨਹੀਂ ਤਰਿਆ, ਕਹਿੰਦਾ 2.5 ਲੱਖ, ਕਹਿੰਦਾ ਚੈੱਕ ਬੁੱਕ ਲਿਆਓ। ਐਕਸ਼ਨ ਨੂੰ ਕਹਿੰਦਾ ਇਮੀਡੀਏਟਲੀ ਦਾ ਆ ਚੈੱਕ ਲਓ, ਇਹਦੇ ਕਨੈਕਸ਼ਨ ਬਹਾਲ ਕਰੋ। ਉਹ ਇਹੋ ਜਿਹਾ ਬੰਦਾ ਹੈਗਾ, ਆਪਣੀ ਜੇਬ ਚੋਂ ਪੈਸੇ ਖਰਚ ਕਰਨ ਵਾਲਾ ਹੈਗਾ ਵਾ, ਸੱਚ ਬੋਲਣ ਵਾਲਾ ਬੰਦਾ ਵਾ, ਲੇਕਿਨ ਇੰਨਾ ਵੀ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇ, 4 ਕੋ ਬੰਦੇ ਛੱਡ ਲਾ ਮੋਢਾ ਦੇਣ ਨੂੰ। ਜੀ ਬਿਲਕੁਲ ਕੋਸ਼ਿਸ਼ ਕੀਤੀ ਅੱਜ ਕਿ ਕਿਹੜੇ ਸਿਆਸਤ ਦੇ ਰੰਗ ਹੋਏ, ਕਿੰਦੇ ਦੇ ਨਿਸ਼ਾਨਾ ਮਾਰਿਆ, ਕਿਹੜਾ ਕਿੰਦੇ ਨਿਸ਼ਾਨੇ ਤੇ ਰਿਹਾ। ਉਧਰ ਮਜੀਠੀਆ ਜੀ ਦੀ ਗੱਲ ਤੇ ਉਧਰ ਨਵਜੋਤ ਸਿੰਘ ਸਿੱਧੂ, ਕੇਜਰੀਵਾਲ ਤੇ ਆਖਰਕਾਰ ਫਿਰ ਕੈਪਟਨ ਸਾਹਿਬ ਨਵਜੋਤ ਸਿੰਘ ਸਿੱਧੂ ਤੇ ਕਿਵੇਂ ਨਿਸ਼ਾਨੇ ਸਾਧੇ। ਖੈਰ ਇਹ ਅੱਜ ਸਾਰਾ ਦਿਨ ਦਾ ਘਟਨਾਕ੍ਰਮ ਸੀ। ਕੱਲ ਫਿਰ ਨਵੇਂ ਸਿਆਸਤ ਦੇ ਰੰਗ, ਨਵੀਆਂ ਚੀਜ਼ਾਂ ਲੈ ਕੇ ਤੁਹਾਡੇ ਅੱਗੇ ਫਿਰ ਪੇਸ਼ ਹੋਵਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਕੱਲ ਫਿਰ ਮਿਲਾਂਗੇ, ਮੇਰੇ ਨਾਲ ਕੋਸ਼ਿਸ਼ ਕਰਾਂਗੇ ਕੱਲ ਫਿਰ ਸ਼ਾਇਦ ਪੱਟੀ ਜੀ ਜੁੜਨਗੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਸਹੀ ਜ਼ਮੀਨੀ ਹਕੀਕਤ ਜੋ ਹੈ ਉਸ ਨਾਲ ਜਾਣੂ ਕਰਾਇਆ ਜਾ ਸਕੇ,
ਕਹਿ ਰਹੇ ਪੱਟੀ ਜੀ ਦੀ ਨਜ਼ਰ ਤੋਂ ਜਿਹੜੀਆਂ ਵੀ ਚੀਜ਼ਾਂ ਉਹਨਾਂ ਦੇਖਦੇ ਨੇ ਤੇ ਪੱਟੀ ਜੀ ਦੀ ਨਜ਼ਰ ਤੋਂ ਉਹਨਾਂ ਨੇ ਕੀ ਕੀ ਕਿਹਾ ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ। ਖਬਰਾਂ ਨੂੰ ਆਧਾਰ ਬਣਾ ਕੇ ਤੁਸੀਂ ਕਮੈਂਟ ਜ਼ਰੂਰ ਕਰਨਾ, ਤੁਹਾਡੀ ਉਡੀਕ ਰਹੇਗੀ। ਕੱਲ ਫਿਰ ਮਿਲਦੇ ਹਾਂ, ਤਦ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।